ਬਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ। ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕੰਕਾਰ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਏਕੰਕਾਰ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਇਸ ਪ੍ਰਕਾਰ ਸ਼੍ਰੀ ਸਤਿਗੁਰੂ ਦੁਸ਼ਟ ਮਸੰਦਨ ਮਾਰ, ਨਿਜ ਸਿੱਖਨ ਕਉ ਸੁਖ ਦਿਓ, ਬਿਗਰਤ ਪੰਥ ਸੁਧਾਰ। ਇਸ ਪ੍ਰਕਾਰ ਸ਼੍ਰੀ ਸਤਿਗੁਰੂ ਦੁਸ਼ਟ ਮਸੰਦਨ ਮਾਰ। ਅੰਤਰਜਾਮੀ, ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਚਵਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ, ਪੂਰਨ ਪਾਰ ਬ੍ਰਹਮ ਪਰਮੇਸ਼ਰ, ਦਾਸਾਂ ਗਰੀਬਾਂ ਸਿੱਖਾਂ ਸੇਵਕਾਂ, ਆਪਣਿਆਂ ਪਿਆਰਿਆਂ ਦੀ ਪੈਜ ਰੱਖਣ ਵਾਲੇ, ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਅੰਤਰਜਾਮੀ ਸਤਿਗੁਰੂ ਜੀ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੁਭਾਏਮਾਨ ਸਾਧ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਨਾਲ ਗੁਰਬਾਣੀ ਜੀ ਦਾ ਰਸ ਭਿੰਨਾ ਕੀਰਤਨ ਗੁਰੂ ਪਿਆਰਿਆਂ ਦੀ ਰਸਨਾ ਪਾਸੋਂ ਸਰਵਣ ਕਰ ਰਹੇ ਸੀਗੇ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬੱਝ ਹੋ, ਕਿਆ ਕਰੇ ਵਿਚਾਰੀਆ, ਤੁਧ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰਿਆ। ਇਸ ਸ਼ਬਦ ਦਾ ਕੀਰਤਨ ਭਾਈ ਸਾਹਿਬ ਜੀ ਕੀਰਤਨ ਦੌਰਾਨ ਆਪ ਜੀ ਨੂੰ ਸਰਵਣ ਕਰਾ ਰਹੇ ਸਨ। ਆਓ ਬੜੇ ਪਿਆਰ ਨਾਲ ਲੜੀਵਾਰ ਕਥਾ ਵਿੱਚ ਸੁਰਤੀਆਂ ਜੋੜੀਏ। ਸਾਰੀ ਸੰਗਤ ਪਿਆਰ ਨਾਲ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਬਾਬਾ ਰਾਮ ਰਾਏ ਜੀ ਦੀ ਪਤਨੀ ਬੀਬੀ ਪੰਜਾਬ ਕੌਰ ਜੀ ਦੀ ਚਿੱਠੀ, ਉਹਨਾਂ ਦੀ ਬੇਨਤੀ ਨੂੰ ਮੰਨ ਕੇ ਸਤਿਗੁਰੂ ਜੀ ਦਿਆਲੂ ਜੀ ਦੇਹਰਾਦੂਨ ਦੀ ਧਰਤੀ ਉੱਤੇ ਗਏ ਹਨ ਜੀ। ਦੇਹਰਾਦੂਨ ਜਾ ਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਵੇਂ ਉਹਨਾਂ ਮਸੰਦਾਂ ਨੂੰ ਸਜਾ ਦਿੱਤੀ ਜੀ, ਉਹ ਸਾਰਾ ਪ੍ਰਸੰਗ ਜਿਹੜਾ ਉਹ ਸਾਧ ਸੰਗਤ ਜੀ ਆਪ ਜੀ ਨੇ ਪਿਛਲੇ ਦਿਨਾਂ ਵਿੱਚ ਸਰਵਣ ਕੀਤਾ ਜੀ। ਮਸੰਦਾਂ ਨੂੰ ਸਜਾ ਦੇ ਕੇ ਚੰਗੇ ਮਸੰਦਾਂ ਨੂੰ ਫਿਰ ਮਸੰਦੀ ਦਿੱਤੀ ਸੱਚੇ ਪਾਤਸ਼ਾਹ ਜੀ ਨੇ ਜੀ। ਵੇਖੋ ਸੰਗਤ ਜੀ, ਦੋ ਪ੍ਰਕਾਰ ਦੇ ਮਨੁੱਖ ਹਰ ਵੇਲੇ ਹਰ ਧਾਰਮਿਕ ਸੰਤਾਂ ਮਹਾਤਮਾਵਾਂ ਅਵਤਾਰਾਂ ਦੇ ਨਾਲ ਆਏ ਜੀ, ਹਰ ਯੁੱਗ ਵਿੱਚ ਆਏ ਜੀ। ਸੰਸਾਰੀ ਬੰਦਿਆਂ ਦਾ ਸੁਭਾਅ ਇਹ ਹੈ ਕਿ ਉਹ ਜਿਹੜੇ ਤੇ ਦੂਜੇ ਹੈ, ਵਿਰੋਧ ਦਾ ਕਰਨ ਵਾਲੇ ਨੇ, ਜਾਂ ਜਿਨ੍ਹਾਂ ਦਾ ਜੀਵਨ ਢਿੱਲਾ ਹੈ, ਉਹਨਾਂ ਦੀਆਂ ਹੀ ਗੱਲਾਂ ਕਰੀ ਜਾਂਦੇ ਆ। ਬਲਕਿ ਹਮੇਸ਼ਾ ਉਹਨਾਂ ਦੀ ਗੱਲ ਕਰਨੀ ਚਾਹੀਦੀ ਜਿਨ੍ਹਾਂ ਨੇ ਧਰਮ ਨੂੰ ਆਪਣੀ ਜ਼ਿੰਦਗੀ 'ਚ ਬਹੁਤ ਪਰਪੱਕਤਾ ਨਾਲ ਕਮਾਇਆ ਜੀ। ਕਿਉਂ? ਚੰਗਿਆਂ ਦੀ ਗੱਲ ਕਰਦਿਆਂ ਸੁਣਦਿਆਂ ਭਾਵੇਂ ਥੋੜ੍ਹਾ ਜਿਹਾ ਹੀ ਅਸਰ ਹੋਵੇ, ਅਸਰ ਜ਼ਰੂਰ ਹੁੰਦਾ ਜੀ।
ਤੇ ਮਾੜਿਆਂ ਦੀ ਗੱਲ ਸੁਣਦਿਆਂ ਭਾਵੇਂ ਥੋੜਾ ਜਿਹਾ ਹੀ ਅਸਰ ਹੋਵੇ, ਹੋ ਜਾਂਦਾ, ਉਹਦਾ ਵੀ ਅਸਰ ਹੋ ਜਾਂਦਾ ਜੀ। ਗੁਰੂ ਸਾਹਿਬ ਨੇ ਚੰਗੇ ਮਸੰਦਾਂ ਨੂੰ, ਜਿਹੜੇ ਬਾਣੀ ਪੜ੍ਹਨ ਵਾਲੇ ਸੀ, ਜਿਹੜੇ ਜੀਵਨ ਵਾਲੇ ਸੀਗੇ, ਉਹਨਾਂ ਨੂੰ ਮਸੰਦੀ ਵੀ ਦਿੱਤੀ ਸਤਿਗੁਰੂ ਜੀ ਨੇ ਜੀ। ਗੁਰੂ ਘਰ ਵਿੱਚ ਸੰਗਤ ਜੀ ਜਿਹੜੇ ਬਾਣੀ ਪੜ੍ਹਦੇ ਆ, ਜੀਵਨ ਵਾਲੇ ਹਨ, ਨਿਤਨੇਮੀ ਹਨ, ਉਹਨਾਂ ਦਾ ਸਦਾ ਹੀ ਸਤਿਕਾਰ ਹੈ ਜੀ, ਸਦਾ ਹੀ ਸਤਿਕਾਰ ਹੈ। ਦੂਜਿਆਂ ਨੂੰ ਮਹਾਰਾਜ ਨੇ ਦੰਡ ਦਿੱਤਾ ਤੇ ਇੱਕਨਾਂ ਨੂੰ ਮਹਾਰਾਜ ਨੇ ਹੋਰ ਵਡਿਆਈ ਬਖਸ਼ਿਸ਼ ਕਰ ਦਿੱਤੀ ਜੀ। ਉੱਥੋਂ ਫਿਰ ਵਡਿਆਈ ਬਖਸ਼ਿਸ਼ ਕਰਕੇ ਬੀਬੀ ਪੰਜਾਬ ਕੌਰ ਜੀ ਦੇ ਸਪੁਰਦ ਉਹ ਅਸਥਾਨ ਕਰਕੇ ਤੇ ਸੱਚੇ ਪਾਤਸ਼ਾਹ ਜੀ ਮੁੜ ਵਾਪਸ ਆਪਣੇ ਪਾਉਂਟਾ ਨਗਰ ਵਿੱਚ ਆਏ ਹਨ ਜੀ। ਜਿਵੇਂ ਮਹਾਰਾਜ ਜੀ ਨੂੰ ਆਨੰਦਪੁਰ ਸਾਹਿਬ ਪਿਆਰਾ ਨਾ ਜੀ ਸੰਗਤ ਜੀ, ਉਵੇਂ ਸਤਿਗੁਰਾਂ ਨੂੰ ਪਾਉਂਟਾ ਸਾਹਿਬ ਵੀ ਬੜਾ ਪਿਆਰਾ ਜੀ। ਪਾਉਂਟਾ ਸਾਹਿਬ ਵੀ ਸਤਿਗੁਰੂ ਜੀ ਨੂੰ ਬੜਾ ਪਿਆਰਾ, ਕਿਉਂ? ਆਪ ਵਸਾਇਆ ਨਗਰ ਮਹਾਰਾਜ ਜੀ ਨੇ ਜੀ। ਪਾਉਂਟਾ ਸਾਹਿਬ ਮੇਰੇ ਸਤਿਗੁਰੂ ਜੀ ਨੇ ਆਪ ਵਸਾਇਆ ਜੀ, ਆਪ ਨਾਮ ਰੱਖਿਆ ਪਾਉਂਟਾ, ਆਪ ਧਰਤੀ ਚੁਣੀ ਵੀ ਇੱਥੇ ਨਗਰ ਬਣਾਉਣਾ ਜੀ। ਆਨੰਦਪੁਰ ਸਾਹਿਬ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵਸਾਇਆ ਜੀ। ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਜੀ ਨੇ ਆਪ ਧਰਤੀ ਚੁਣੀ, ਆਪ ਫਿਰ ਉੱਥੇ ਨਗਰ ਬਣਵਾਇਆ। ਦਸਵੇਂ ਪਾਤਸ਼ਾਹ ਨੇ ਪਾਉਂਟਾ ਸਾਹਿਬ ਦੀ ਧਰਤੀ ਆਪ ਚੁਣੀ ਸਾਧ ਸੰਗਤ ਜੀ। ਆਪ ਚੁਣ ਕੇ ਉਹ ਧਰਤੀ ਤੇ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਨੇ ਨਗਰ ਬਣਵਾਇਆ ਔਰ ਬੇਅੰਤ ਬਾਣੀ ਸਤਿਗੁਰੂ ਜੀ ਨੇ ਪਾਉਂਟਾ ਸਾਹਿਬ ਦੀ ਧਰਤੀ ਤੇ ਉਚਾਰਨ ਕੀਤੀ ਜੀ। ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ, ਅਕਾਲ ਉਸਤਤ ਬਾਣੀ, ਜਿਹੜੇ ਦਸਮ ਗ੍ਰੰਥ ਜੀ ਦੀ ਬਾਣੀ ਪੜ੍ਹਦੇ ਆ, ਸ੍ਰੀ ਅਕਾਲ ਉਸਤਤ ਜੀ ਦਾ ਪਾਠ ਕਰਦੇ ਆ, ਉਹਨਾਂ ਨੂੰ ਪਤਾ ਅਕਾਲ ਉਸਤਤ ਦੀ ਬਾਣੀ ਬੜੇ ਹੀ ਪਿਆਰ ਵਾਲੀ ਬਾਣੀ ਜੀ। ਸੰਸਾਰੀ ਗੱਲ ਹੀ ਕੋਈ ਨਹੀਂ ਕੀਤੀ ਜੀ। ਨਰੋਲ ਅਕਾਲ ਪੁਰਖ ਦੀ ਉਸਤਤ ਮੇਰੇ ਸਤਿਗੁਰੂ ਜੀ ਨੇ ਉਸ ਬਾਣੀ ਵਿੱਚ ਕੀਤੀ ਹੈ। ਸਵਾਓ ਬੜੇ ਹੀ ਪਿਆਰ ਨਾਲ ਅੱਗੋਂ ਹੁਣ ਕਥਾ ਸਰਵਣ ਕਰੀਏ। ਸੱਚੇ ਪਾਤਸ਼ਾਹ ਜੀ ਮਹਾਰਾਜ ਪਾਉਂਟਾ ਸਾਹਿਬ ਦੀ ਧਰਤੀ ਉੱਤੇ ਵਾਪਸ ਆ ਕੇ ਸੱਜ ਚੁੱਕੇ ਹਨ। ਅੱਗੋਂ ਹੁਣ ਕਥਾ ਸਰਵਣ ਕਰੀਏ। ਸਭ ਸੰਗਤ ਪਿਆਰ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਇਸ ਪ੍ਰਕਾਰ ਸ਼੍ਰੀ ਸਤਿਗੁਰੂ ਦੁਸ਼ਟ ਮਸੰਦਨ ਮਾਰ। ਇਸ ਤਰੀਕੇ ਨਾਲ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਿਹੜੇ ਦੁਸ਼ਟ ਮਸੰਦ ਨੇ ਜੀ, ਉਹਨਾਂ ਦਾ ਨਾਸ ਕੀਤਾ। ਨਿਜ ਸਿੱਖਨ ਕੋ ਸੁਖ ਦਿਓ, ਬਿਗਰਤ ਪੰਥ ਸੁਧਾਰ। ਤੇ ਆਪਣੇ ਸਿੱਖਾਂ ਪਿਆਰਿਆਂ ਨੂੰ ਸੁੱਖ ਵੀ ਬਖਸ਼ਿਸ਼ ਕੀਤੇ ਜੀ। ਮਹਾਰਾਜ ਤੇ ਆਏ ਸਿੱਖਾਂ ਦਾ ਭਲਾ ਕਰਨ ਵਾਸਤੇ ਨੇ ਜੀ, ਉਹਨਾਂ ਨੂੰ ਸੁੱਖ ਵੀ ਦਿੱਤੇ। ਸਤਿਗੁਰੂ ਜੀ ਨੇ ਵਿਗੜਦੇ ਹੋਏ ਪੰਥ ਨੂੰ ਸੁਧਾਰ ਲਿਆ ਜੀ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਵਿਗੜ ਰਿਹਾ ਸੀ ਕੰਮ, ਪਰ ਮਹਾਰਾਜ ਨੇ ਉਹਨਾਂ ਨੂੰ ਸੁਧਾਰ ਲਿਆ ਜੀ। ਹਾਂਜੀ। ਚੌਪਈ। ਬਸੇ ਪਾਮਟੇ ਨਗਰ ਮਝਾਰਾ। ਅੱਗੋਂ ਹੁਣ ਲਿਖਦੇ, ਕਹਿੰਦੇ ਬਸੇ ਪਾਮਟੇ ਨਗਰ ਮਝਾਰਾ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਪਾਉਂਟਾ ਸਾਹਿਬ ਨਗਰ ਵਿੱਚ ਵਸ ਗਏ ਜੀ। ਜਹ ਸ਼੍ਰੀ ਜਮੁਨਾ ਸੁੰਦਰ ਧਾਰਾ। ਜਿੱਥੇ ਬੜੀ ਸੋਹਣੀ ਜਮਨਾ ਵਗਦੀ ਸਾਧ ਸੰਗਤ ਜੀ। ਹਾਂਜੀ। ਸ਼ਿਲਾ ਵਿਸਾਲ ਤੀਰਥਿਤ ਜਹਾਂ। ਵੇਖੋ ਇਹ ਜਿਹੜੀ ਜਮਨਾ ਜੀ, ਆ ਬਾਰੀਆਂ ਬੰਦ ਕਰਾਓ। ਜਿਹੜੀ ਜਮਨਾ ਜੀ, ਇਹਦਾ ਤਾਂ ਬਾਣੀ ਵਿੱਚ ਵੀ ਜ਼ਿਕਰ ਆਉਂਦਾ ਜੀ। ਗੰਗਾ, ਜਮਨਾ, ਗੋਦਾਵਰੀ, ਸਰਸਵਤੀ, ਇਹਨਾਂ ਦਾ ਬਾਣੀ ਵਿੱਚ ਜ਼ਿਕਰ ਆਉਂਦਾ ਜੀ। ਧੰਨ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਸਤਿਗੁਰੂ ਜੀ ਪਾਉਂਟਾ ਸਾਹਿਬ ਵਸ ਗਏ ਹਨ, ਜਿੱਥੇ ਐਨ ਜਮਨਾ ਬਹੁਤ ਵਧੀਆ ਵਗਦੀ ਹੈ। ਹਾਂਜੀ। ਸ਼ਿਲਾ ਵਿਸਾਲ ਤੀਰਥਿਤ ਜਹਾਂ। ਵੱਡੇ ਵੱਡੇ ਪੱਥਰ ਨੇ ਜੀ ਉਹਦੇ ਲਾਗੇ ਜੀ। ਸ਼ਿਲਾ ਪੱਥਰਾਂ ਨੂੰ ਕਹਿੰਦੇ ਆ। ਬੜੇ ਬੜੇ ਵੱਡੇ ਪੱਥਰ ਉੱਥੇ ਹਨ ਜੀ। ਹਾਂਜੀ। ਕਰ ਮੱਜਨ ਕੋ ਬੈਠੇ ਤਹਾਂ। ਸੱਚੇ ਪਾਤਸ਼ਾਹ ਗਰੀਬ ਨਵਾਜ਼ ਇੱਕ ਦਿਨ ਇਸ਼ਨਾਨ ਪਾਨ ਕਰਕੇ ਤੇ ਉੱਥੇ ਹੀ ਇੱਕ ਪੱਥਰ ਉੱਤੇ ਸੱਜ ਗਏ ਜੀ।
ਸ਼੍ਰੀ ਮੁਖ ਤੇ ਕਵਤਾ ਸ਼ੁਭ ਰਚੈ। ਤੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਆਪ ਆਪਣੇ ਸ਼੍ਰੀ ਪਵਿੱਤਰ ਮੁਖਾਰ ਬਿੰਦ ਤੋਂ ਬਾਣੀ ਰਚਨ ਲੱਗੇ ਜੀ। ਹਾਂਜੀ, ਛੰਦ ਸਵਈਏ ਸ਼ੁਭ ਪਦ ਖਚੈ। ਛੰਦ ਸਵਈਏ ਬੜੀ ਵਧੀਆ ਚਾਲ ਵਾਲੇ ਜੀ ਉਹ ਮਹਾਰਾਜ ਜੀ ਰਚਦੇ ਹਨ ਜੀ। ਵੇਖੋ ਛੰਦ ਕਿਵੇਂ, ਜਿਵੇਂ ਆਪਾਂ ਕਹਿੰਦੇ ਭਗਵਤੀ ਛੰਦ, ਤਵੈ ਪ੍ਰਸਾਦ ਛੰਦ, ਇਸੇ ਤਰ੍ਹਾਂ ਚਾਚਰੀ ਛੰਦ, ਤ੍ਰਿਪਦਾ ਛੰਦ, ਇਸ ਤਰ੍ਹਾਂ ਦੇ ਛੰਦ ਮਹਾਰਾਜ ਨੇ ਉਚਾਰਨ ਕੀਤੇ ਜੀ। ਸਵਈਏ ਵੀ ਉਚਾਰਨ ਕੀਤੇ ਸਤਿਗੁਰੂ ਜੀ ਨੇ। ਹਾਂਜੀ, ਜਾਮ ਦਿਵਸ ਲਓ ਤਹਾਂ ਸੁਹਾਵੈ। ਇੱਕ ਪੈਰ ਦਿਨ ਤੱਕ ਸੱਚੇ ਪਾਤਸ਼ਾਹ ਜੀ ਉੱਥੇ ਰਹਿੰਦੇ ਜੀ। ਕੋ ਕਾਰਜ ਕਿਤ ਨਿਕਟ ਨਾ ਆਵੈ। ਤੇ ਉੱਥੇ ਫਿਰ ਨੇੜੇ ਆਉਣ ਦਾ ਹੁਕਮ ਨਹੀਂ ਸੀ ਹੈਗਾ ਜੀ, ਕਿਉਂਕਿ ਇਹ ਕਾਰਜ ਬੜੀ ਇਕਾਂਤ ਚ ਕਰਨ ਵਾਲੇ ਨੇ। ਆਖੋ ਸ੍ਰੀ ਵਾਹਿਗੁਰੂ। ਤੇ ਸੰਗਤ ਜੀ ਸੱਚੇ ਹੈ, ਗੁਰੂ ਜੀ ਨੇ ਬਾਣੀ ਇਕਾਂਤ ਚ ਉਚਾਰਨ ਕੀਤੀ ਹੈ ਤੇ ਪੜਨ ਵਾਲਿਆਂ ਨੂੰ ਆਨੰਦ ਵੀ ਇਕਾਂਤ ਚ ਹੀ ਆਉਂਦਾ ਜੇ। ਜਿੰਨੀ ਇਕਾਂਤ ਚ ਕੋਈ ਪੜਦਾ ਔਰ ਆਪਣੇ ਮਨ ਨੂੰ ਟਿਕਾ ਕੇ ਪੜਦਾ ਹੈ ਨਾ ਜੀ, ਪੜਨ ਵਾਲਿਆਂ ਨੂੰ ਆਨੰਦ ਵੀ ਆਉਂਦਾ ਜੀ। ਕਿਸੇ ਨੂੰ ਲਾਗੇ ਆਉਣ ਦਾ ਹੁਕਮ ਨਹੀਂ ਸੀ ਹੁੰਦਾ ਜੀ। ਹਾਂਜੀ, ਲਿਖਬੇ ਹਿਤ ਇੱਕ ਥਿਰੇ ਲਿਖਾਰੀ। ਇੱਕ ਲਿਖਾਰੀ ਸਤਿਗੁਰੂ ਜੀ ਦੇ ਕੋਲ ਹੁੰਦਾ। ਜਦੋਂ ਮਹਾਰਾਜ ਬਾਣੀ ਉਚਾਰਦੇ ਉਹ ਗੁਰੂ ਕਾ ਪਿਆਰਾ ਸਿੱਖ ਆਪਣੇ ਹੱਥਾਂ ਨਾਲ ਲਿਖੀ ਜਾਂਦਾ ਜੀ। ਹਾਂਜੀ, ਹੋਏ ਇਕਾਂਕੀ ਰਹਿ ਵਿਚਾਰੀ। ਮਹਾਰਾਜ ਜੀ ਇਕੱਲਿਆਂ ਹੀ ਬੈਠੇ ਰਹਿੰਦੇ ਜੀ, ਬਾਣੀ ਉਚਾਰਦੇ। ਸੰਗਤ ਜੀ ਇਹ ਸੱਚ ਹੈ, ਧਾਰਮਿਕ ਬੰਦੇ ਨੂੰ ਜੇ ਇਕੱਲਿਆਂ ਰਹਿਣਾ ਆ ਗਿਆ ਨਾ ਜੀ, ਸਮਝੋ ਉਹ ਧਾਰਮਿਕ ਬਣਨਾ ਸ਼ੁਰੂ ਹੋ ਗਿਆ ਜੀ। ਆਖੋ ਸ੍ਰੀ ਵਾਹਿਗੁਰੂ। ਤੁਸੀਂ ਕਹੋਗੇ ਉਹ ਕਿਵੇਂ? ਸੰਗਤ ਵੀ ਬੜੀ ਜ਼ਰੂਰੀ ਹੈ, ਪਰ ਸੰਗਤ ਦੇ ਨਾਲ ਨਾਲ ਇਕਾਂਤ ਵਿੱਚ ਬੈਠਣਾ ਵੀ ਬੜਾ ਜ਼ਰੂਰੀ ਹੈ। ਇਕਾਂਤ ਵਿੱਚ ਬੈਠਣਾ ਵੀ ਬੜਾ ਜ਼ਰੂਰੀ ਹੈ। ਇਕਾਂਤ 'ਚ ਬੈਠ ਕੇ ਲਾਗੇ ਕੋਈ ਨਾ ਹੋਵੇ, ਕਿਉਂਕਿ ਜਦੋਂ ਲਾਗੇ ਆਪਾਂ ਨੇ ਕੋਈ ਹੁੰਦਾ ਨਾ ਜੀ, ਅਸੀਂ ਭਾਵੇਂ ਵਾਹਿਗੁਰੂ ਵੀ ਬੋਲਦੇ ਹਾਂ, ਸਾਡਾ ਧਿਆਨ ਹੁੰਦਾ ਵੀ ਉਹਨੂੰ ਸੁਣਾਉਣਾ ਹੈ, ਉਹ ਸੁਣ ਰਿਹਾ। ਜਦੋਂ ਲਾਗੇ ਕੋਈ ਨਹੀਂ ਹੁੰਦਾ ਫਿਰ ਮਨੁੱਖ ਨੂੰ ਲੱਗਦਾ ਵੀ ਹੁਣ ਕੋਈ ਨਹੀਂ ਹੈਗਾ, ਹੁਣ ਮੈਂ ਆਪ ਸੁਣਨਾ ਹੈ। ਨਿਤਨੇਮ ਕਰਦਿਆਂ ਕਰਦਿਆਂ ਨਾਲ ਨਾਲ ਸੁਣਨ ਦੀ ਆਦਤ ਪੈ ਜੇ। ਤੁਸੀਂ ਰਹਿਰਾਸ ਸਾਹਿਬ ਕਰ ਰਹੇ ਹੋ, ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਕੀਤੋਈ, ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਿਆ ਤਾਂ ਜੀ ਮੈਂ ਤਨ ਮਨ ਥੀ ਵਹਿ ਹਰਿਆ। ਅੱਖਰ ਹੀ ਪੂਰੇ ਕੀਤੇ ਸਾਧ ਸੰਗਤ ਜੀ। ਹਾਂਜੀ, ਅੱਖਰ ਪੂਰੇ ਕੀਤੇ। ਇਹੋ ਇਕੱਲਿਆਂ ਬੈਠ ਕੇ ਜੇ ਕਿਤੇ ਜੋ ਆਪਾਂ ਆਪਣੀ ਜੀਭ ਤੋਂ ਬੋਲ ਰਹੇ ਹਾਂ ਉਹਨੂੰ ਕੰਨਾਂ ਤੋਂ ਸੁਣਨਾ ਵੀ ਹੈ ਜੀ, ਕੰਨਾਂ ਤੋਂ ਸੁਣਨਾ ਵੀ ਹੈ। ਤੁਸੀਂ ਇੱਕ ਹਫ਼ਤਾ ਬਿਲਕੁਲ ਸਭ ਕੰਮ ਇੱਕ ਪਾਸੇ ਨਿਤਨੇਮ ਵੀ ਇੰਝ ਕਰਨ ਲੱਗ ਪਏ ਨਾ, ਇੱਕ ਹਫ਼ਤੇ ਬਾਅਦ ਆਪਣਾ ਚਿਹਰਾ ਵੇਖ ਲਿਓ, ਬਦਲ ਜਾਏਗਾ ਜੀ। ਚਿਹਰਾ ਬਦਲ ਜਾਣਾ ਜੀ, ਕਿਉਂ? ਬਾਣੀ ਦਾ ਅਸਰ ਹੋਣਾ ਜੀ। ਇਸ ਕਰਕੇ ਧਾਰਮਿਕ ਦੁਨੀਆ ਵਿੱਚ ਇਕੱਲੇ ਬਹਿਣਾ ਵੀ ਬੜਾ ਜ਼ਰੂਰੀ ਹੈ। ਇਕੱਲੇ ਬਹਿ ਕੇ ਵਾਹਿਗੁਰੂ ਜਪਣਾ, ਸੁਣਨਾ ਬੜਾ ਜ਼ਰੂਰੀ ਹੈ। ਮਹਾਰਾਜ ਹੋਏ ਇਕਾਂਕੀ ਕਰਹਿ ਵਿਚਾਰੀ। ਮਹਾਰਾਜ ਜੀ ਲਿਖਦੇ ਆ ਇਕੱਲੇ ਹੀ ਵਿਚਾਰ ਕਰਦੇ ਜੀ। ਕੋਈ ਸਿੱਖ, ਅੱਛਾ ਬ੍ਰਹਮ ਗਿਆਨੀ ਸਿੱਖ ਵੀ ਹੈਗੇ ਮਹਾਰਾਜ ਕੋਲ, ਪਰ ਕਿਸੇ ਸਿੱਖ ਨੂੰ ਆਉਣ ਦਾ ਲਾਗੇ ਹੁਕਮ ਨਹੀਂ ਸੀ ਹੁੰਦਾ। ਹਾਂਜੀ, ਪੁੰਨ ਉਠ ਮਹਾਰਾਜ ਗੁਰਪੂਰੇ। ਫਿਰ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਉੱਠ ਜਾਂਦੇ ਜੀ। ਹਾਂਜੀ, ਅਚਹਿ ਅਸਨ ਨਾਨਾ ਬਿਦਰੂਰੇ। ਤੇ ਗੁਰਸਿੱਖਾਂ ਨੇ ਬੜੇ ਪਿਆਰ ਨਾਲ ਜਿਹੜਾ ਲੰਗਰ ਬਣਾਇਆ ਹੁੰਦਾ ਸੀ ਨਾ ਜੀ,
ਸਤਿਗੁਰੂ ਜੀ ਉਹ ਲੰਗਰ ਛਕਦੇ। ਵਰਤਹ ਦੇਗ ਅਤੋਟ ਭੰਡਾਰਾ। ਲੰਗਰ ਵਿੱਚ ਵੀ ਅਤੁੱਟ ਭੋਜਨ ਵਰਤਦਾ ਸਾਧ ਸੰਗਤ ਜੀ। ਖਾਏ ਆਹਾਰਨ ਸਿੱਖ ਹਜ਼ਾਰਾਂ। ਤੇ ਹਜ਼ਾਰਾਂ ਸਿੱਖ ਸਾਧ ਸੰਗਤ ਜੀ ਪਾਉਂਟਾ ਸਾਹਿਬ ਦੀ ਧਰਤੀ ਤੇ ਗੁਰੂ ਕੇ ਲੰਗਰ ਵਿੱਚੋਂ ਆ ਕੇ ਲੰਗਰ ਛਕਦੇ ਜੀ। ਆਖੋ ਸ੍ਰੀ ਵਾਹਿਗੁਰੂ। ਮਤਲਬ ਉਦੋਂ ਸੈਂਕੜਿਆਂ ਦੀ ਗਿਣਤੀ ਨਹੀਂ, ਹਜ਼ਾਰਾਂ ਦੀ ਗਿਣਤੀ ਹੁੰਦੀ ਸੀਗੀ ਜੀ। ਹਾਂਜੀ। ਆਵਹਿ ਜਾਏ ਨਿਤਾ ਪ੍ਰਤ ਨਏ। ਹਰ ਰੋਜ਼ ਨਵੇਂ ਹੀ ਸਿੱਖ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਜੀ। ਦਰਸ ਹੈ ਚਰਨ ਕਮਲ ਸੁਖਮਏ। ਮਹਾਰਾਜ ਜੀ ਦੇ ਜਦੋਂ ਆ ਕੇ ਦਰਸ਼ਨ ਕਰਦੇ ਸੰਗਤ ਜੀ ਉਹਨਾਂ ਨੂੰ ਬੜਾ ਹੀ ਸੁੱਖ ਮਿਲਦਾ, ਬੜਾ ਹੀ ਸੁੱਖ ਮਿਲਦਾ। ਪੁਨ ਕਲਗੀਧਰ ਕੇਤਿਕ ਸਮੈ। ਫਿਰ ਕਲਗੀਧਰ ਸੱਚੇ ਪਾਤਸ਼ਾਹ ਗਰੀਬ ਨਵਾਜ ਭੋਜਨ ਪ੍ਰਸ਼ਾਦਾ ਛਕਣ ਤੋਂ ਬਾਅਦ, ਸੰਗਤਾਂ ਨੂੰ ਦਰਸ਼ਨ ਦੇਣ ਤੋਂ ਬਾਅਦ ਫਿਰੇ ਪਰਯੰਕ ਆਏ ਨਰ ਨਿਮੈ। ਮਹਾਰਾਜ ਗਰੀਬ ਨਵਾਜ ਆ ਕੇ ਆਰਾਮ ਕਰਦੇ ਨੇ, ਆਪਣੇ ਪਲੰਘੇ ਉੱਤੇ ਸੱਜ ਜਾਂਦੇ ਹਨ। ਨੰਦ ਚੰਦ ਸੰਗੋ ਤੇ ਆਦ। ਹਾਂਜੀ। ਬੰਦਤ ਬੈਠੈ ਧਰ ਅਹਲਾਦ। ਤੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਆਪਣੇ ਪਲੰਘੇ ਤੇ ਆ ਕੇ ਬੈਠਦੇ ਆ, ਨੰਦ ਚੰਦ ਜੀ, ਸੰਗੋ ਸ਼ਾਹ ਜੀ, ਹੋਰ ਗੁਰੂ ਕੇ ਪਿਆਰੇ ਸਿੱਖ ਮਹਾਰਾਜ ਦੇ ਲਾਗੇ ਆ ਕੇ ਬਹਿੰਦੇ ਤੇ ਬੜੇ ਹੀ ਖੁਸ਼ ਹੁੰਦੇ ਜੀ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਬੜੇ ਖੁਸ਼ ਹੁੰਦੇ ਆ ਵੀ ਆਪਾਂ ਪੂਰੇ ਗੁਰੂ ਦੇ ਕੋਲ ਬੈਠੇ ਆ। ਵੈਸੇ ਖੁਸ਼ ਤੁਸੀਂ ਵੀ ਹੋਇਆ ਕਰੋ, ਪਤਾ ਉਹ ਭਾਵਨਾ ਨਹੀਂ ਬਣਦੀ ਸਾਡੇ ਸਾਰ। ਮੈਂ ਆਪਣੇ ਆਪ ਨੂੰ ਵੀ ਵਿੱਚ ਗਿਣਦਾ ਜੀ। ਹਾਂਜੀ। ਰਾਜ ਸਾਜ ਕੀ ਬਾਤ ਅਨੇਕ। ਫਿਰ ਰਾਜ ਸਾਜ ਦੀਆਂ ਗੱਲਾਂ ਵੀ ਹੁੰਦੀਆਂ ਜੀ ਸੱਚੇ ਪਾਤਸ਼ਾਹ ਦੇ ਨਾਲ। ਕੋਈ ਕਾਰ ਵਿਹਾਰ ਕਰਨਾ, ਉਸ ਕਾਰ ਵਿਹਾਰ ਦੀ ਵੀ ਗੱਲ ਹੁੰਦੀ ਮਹਾਰਾਜ ਦੇ ਲਾਗੇ। ਕਰਹਿ ਬੂਝ ਕਰ ਜਲਦ ਵਿਵੇਕ। ਫਿਰ ਪੜਿਓ। ਕਰਹਿ ਬੂਝ ਕਰ ਜਲਦ ਵਿਵੇਕ। ਸਗੋਂ ਮਹਾਰਾਜ ਆਪ ਪੁੱਛਦੇ ਆ, ਭਾਈਓ ਫਲਾਣਾ ਰਾਜਾ ਠੀਕ ਹੈ? ਫਲਾਣੇ ਰਾਜੇ ਦਾ ਰਾਜ ਕਿੰਨਾ ਕੁ ਵੱਡਾ ਹੋ ਗਿਆ? ਕਿਰਪਾ ਨਿਧਾਨ ਸਤਿਗੁਰੂ ਜੀ ਆਪ ਪੁੱਛ ਲੈਂਦੇ ਨੇ। ਅਪਰ ਪ੍ਰਸੰਗ ਕਹੈ ਮਨ ਆਏ। ਹੋਰ ਵੀ ਜੋ ਗੁਰੂ ਸਾਹਿਬ ਜੀ ਦੇ ਮਨ ਨੂੰ ਭਾਉਂਦਾ ਉਹ ਬਚਨ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਆਪਣੀ ਰਸਨਾ ਤੋਂ ਕਰਦੇ। ਹਾਸ ਬਿਲਾਸ ਆਨੰਦ ਕੋ ਪਾਏ। ਵਾਹ ਵਾਹ ਵਾਹ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਫਿਰ ਆਖੋ ਵਾਹਿਗੁਰੂ। ਮਹਾਰਾਜ ਹਾਸ ਰਸ ਦੇ ਬਚਨ ਵੀ ਕਰ ਲੈਂਦੇ ਸੀਗੇ। ਹਾਂਜੀ। ਹਾਸ ਰਸ ਜਦੋਂ ਹੁਣ ਆਪਣੇ ਸਿੰਘ ਬਹਿ ਗਏ ਨਾ ਜੀ ਸਾਰੇ, ਫਿਰ ਮਹਾਰਾਜ ਹਾਸ ਰਸ ਦੇ ਵੀ ਬਚਨ ਕਰ ਲੈਂਦੇ ਜੀ। ਮਹਾਰਾਜ ਜੀ ਦੀ ਮੌਜ ਹੈ ਸੱਚੇ ਪਾਤਸ਼ਾਹ ਜੀ ਦੀ ਜੀ। ਹਾਂਜੀ। ਹੁਣ ਹਾਸ ਰਸ ਦਾ ਬਚਨ ਵੀ ਮਹਾਰਾਜ ਸੁਣਦੇ ਆ। ਤੇ ਚਲੋ ਗੁਰੂ ਸਾਹਿਬ ਸੁਣ ਰਹੇ ਆ, ਤੁਸੀਂ ਸੁਣ ਰਹੇ ਹੋ, ਇੱਕ ਹਾਸ ਰਸ ਦਾ ਬਚਨ ਵੀ ਸੁਣ ਲਓ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਉਹ ਇੱਕ ਕਹਾਵਤ ਤੁਸੀਂ ਸੁਣੀ ਹੋਣੀ ਹੈ, ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਵੇ। ਕੀ ਜੀ? ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਵੇ। ਇੱਕ ਵਾਰੀ ਮਗਰ ਬੋਲੋ, ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਵੇ। ਉਹ ਮੈਂ ਗੁਰਮੁਖਾਂ ਨੂੰ ਪੁੱਛਿਆ ਵੀ ਇਹ ਗੱਲ ਕੀ ਹੈਗੀ ਹੈ? ਕਹਿੰਦੇ ਫਿਰ ਸੁਣ ਲਓ ਗੱਲ ਕੀ ਹੈਗੀ ਹੈ। ਵੀ ਇੱਕ ਬੰਦਾ ਸੀਗਾ, ਉਹਨੂੰ ਸਾਰੇ ਲੱਲੂ ਕਹਿੰਦੇ ਹੁੰਦੇ ਸੀਗੇ ਜੀ। ਕੰਮ ਉਹਦੇ ਪੁੱਠੇ ਸਿੱਧੇ ਜਿਹੇ ਹੁੰਦੇ ਸੀਗੇ। ਇੱਕ ਮਹਾਂਪੁਰਖ ਰੱਬ ਦੇ ਪਿਆਰੇ ਆਏ ਜੀ, ਲੱਲੂ ਦੀ ਕਿਸਮਤ ਜਾਗ ਗਈ ਜੀ। ਲੱਲੂ ਨੇ ਸੋਚਿਆ ਵੀ ਇਹਨਾਂ ਨੂੰ ਮੈਂ ਜਲ ਪਾਣੀ ਛਕਾਵਾਂ। ਲੱਲੂ ਬੱਕਰੀਆਂ ਚਾਰ ਰਿਹਾ ਸੀਗਾ। ਲੱਲੂ ਕਹਿੰਦਾ ਮਹਾਂਪੁਰਖੋ ਕੋਈ ਜਲ ਪਾਣੀ? ਕਹਿੰਦੇ ਛਕਾ ਦੇ। ਉਹਨੇ ਦੁੱਧ ਚੋਹ ਕੇ ਗਰਮ ਕਰਕੇ ਪਹਿਲਾਂ ਦੁੱਧ ਚੋਇਆ, ਕੁਝ ਸਮਾਂ ਰੱਖਿਆ, ਗੱਲਾਂ ਬਾਤਾਂ ਕੀਤੀਆਂ, ਫਿਰ ਗਰਮ ਕੀਤਾ ਤੇ ਫਿਰ ਛਕਾਇਆ। ਮਹਾਂਪੁਰਖ ਕਹਿੰਦੇ ਤੂੰ ਸਾਨੂੰ ਚੰਗਾ ਲੱਗਾ, ਕਹਿੰਦੇ ਤੂੰ ਭੋਲਾ ਜਿਹਾ ਹੈਗਾ, ਤੂੰ ਸਾਨੂੰ ਚੰਗਾ ਲੱਗਾ, ਸਾਡਾ ਜੀ ਕਰਦਾ ਤੈਨੂੰ ਕੁਛ ਦਈਏ। ਕਿਉਂ ਰੱਬ ਦੇ ਪਿਆਰੇ ਦਿਆਲੂ ਹੁੰਦੇ ਨੇ ਨਾ ਜੀ।
ਮਹਾਂਪੁਰਖਾਂ ਨੇ ਇੱਕ ਬੂਟੀ ਦਿੱਤੀ ਜੀ ਉਹਨੂੰ, ਕਹਿੰਦੇ ਲੈ ਇਹਨੂੰ ਰਗੜ ਲਾ ਤੇ ਰਗੜ ਕੇ ਨਾ ਆਪਣੇ ਝੋਲੇ 'ਚ ਪਾ ਲਾ। ਇਹੋ ਜੀ ਬੂਟੀ ਹੋਰ ਵੀ ਤੂੰ ਰਗੜ ਕੇ ਆਪਣੇ ਝੋਲੇ 'ਚ ਰੱਖ ਲਿਆ ਕਰ, ਤੇ ਜਿਹਨੂੰ ਮਰਜ਼ੀ ਦੇ ਦਿਆ ਕਰੇਗਾ ਨਾ, ਉਹਦੀ ਵੱਡੀ ਵੱਡੀ ਬਿਮਾਰੀ ਠੀਕ ਹੋ ਜਾਏਗੀ। ਉਹ ਤੇ ਵੈਦ ਫੇਲ ਹੋ ਗਏ ਜੀ ਸਾਰੇ ਉਸ ਇਲਾਕੇ ਦੇ। ਸਾਰੇ ਕਹਿਣ ਵੀ ਲੱਲੂ ਵੈਦ ਬਣ ਗਿਆ। ਜਿਹਨੇ ਆਉਣਾ ਲੱਲੂ ਨੇ ਉਹਨੂੰ ਆ ਬੂਟੀ ਰਗੜ ਕੇ ਦੇ ਦੇਣੀ। ਹੁਣ ਉਹ ਗੱਲ ਤੇ ਮਹਾਂਪੁਰਖਾਂ ਦੀ ਬੰਦਗੀ ਦਾ ਸੀਗਾ ਅਸਰ, ਬਚਨ ਵਰਤਦਾ ਸੀ। ਲੱਲੂ ਸਾਧ ਸੰਗਤ ਜੀ ਮਸ਼ਹੂਰ ਹੋ ਗਿਆ ਜੀ। ਨਗਰ ਦਾ ਰਾਜਾ, ਹਾਂਜੀ ਨਗਰ ਦਾ ਰਾਜਾ ਇੱਕ ਦਿਨ ਬਿਮਾਰ ਹੋਇਆ ਤੇ ਉਹਨੇ ਬੜਾ ਇਲਾਜ ਕਰਾਇਆ ਤੇ ਗੱਲ ਨਾ ਬਣੇ। ਵਜ਼ੀਰ ਕਹਿੰਦਾ ਜੀ ਆਪਣੇ ਕੋਲ ਵੈਦ ਬੜਾ ਵਧੀਆ ਹੈਗਾ। ਚਲੋ ਇਹਨਾਂ ਵੈਦਾਂ ਨਾਲ ਰਾਜ ਨਹੀਂ ਅਸਰ ਨਹੀਂ ਹੋਇਆ, ਜਿਹੜੇ ਰਾਜੇ ਦੇ ਵੈਦ ਸੀ ਫਰਕ ਨਹੀਂ ਪਿਆ। ਆਪਣੇ ਕੋਲ ਇੱਕ ਹੋਰ ਵੈਦ ਹੈਗਾ। ਰਾਜਾ ਕਹਿੰਦਾ ਕਿਹੜਾ? ਕਹਿੰਦੇ ਜੀ ਲੱਲੂ ਕੋਲ ਇਲਾਜ ਕਰਾਉਂਦੇ ਆਪਾਂ। ਉਹ ਲੱਲੂ ਨੂੰ ਸੱਦਿਆ ਤੇ ਸਾਧ ਸੰਗਤ ਜੀ ਲੱਲੂ ਨੇ ਆਪਣੇ ਝੋਲੇ ਚੋਂ ਬੂਟੀ ਕੱਢ ਕੇ ਦਿੱਤੀ ਵੀ ਆਹ ਛਕ ਲਓ, ਪਾਣੀ ਨਾਲ ਪੀ ਲਿਓ। ਉਹ ਮਹਾਂਪੁਰਖਾਂ ਦਾ ਬਚਨ ਵਰਤਿਆ, ਰਾਜਾ ਠੀਕ ਹੋ ਗਿਆ ਜੀ। ਉਹ ਰਾਜਾ ਕਹਿਣ ਲੱਗਾ ਲੱਲੂ ਤੇ ਵੈਦ ਰਾਜ ਆ। ਲੱਲੂ ਨੂੰ ਤੇ ਵੈਦ ਰਾਜ ਦਾ ਖਿਤਾਬ ਦਿੱਤਾ ਜੀ ਉਹਨੇ। ਤੇ ਸਾਧ ਸੰਗਤ ਜੀ ਉਹ ਲੱਲੂ ਵੈਦ ਰਾਜ ਦਾ ਖਿਤਾਬ ਲੈ ਲਿਆ ਤੇ ਰਾਜਾ ਕਦੀ ਕਦੀ ਸੱਦਿਆ ਕਰੇ ਉਹਨੂੰ, ਤੇ ਰਾਜਾ ਆਪਣੇ ਬਰਾਬਰ ਬਿਠਾਇਆ ਕਰੇ ਜੀ, ਬੜੇ ਸਤਿਕਾਰ ਨਾਲ। ਜਿੱਥੇ ਰਾਜੇ ਨੇ ਬਹਿਣਾ ਨਾ ਬਰਾਬਰ ਉਹਨੂੰ ਲੱਲੂ ਨੂੰ ਬਿਠਾਇਆ ਕਰੇ। ਉਹ ਕਹੇ ਵੀ ਮੈਂ ਤੇ ਮਰ ਜਾਣਾ ਸੀ, ਜ਼ਿੰਦਗੀ ਇਹਨੇ ਦਿੱਤੀ ਹੈ। ਤੇ 2-4 ਬੰਦਿਆਂ ਵੇਖਿਆ ਵੀ ਇਹ ਤੇ ਲੱਲੂ ਦਾ ਸਤਿਕਾਰ ਬੜਾ ਹੋ ਗਿਆ। ਉਹਨਾਂ ਬੰਦਿਆਂ ਨੇ ਸਾਧ ਸੰਗਤ ਜੀ ਲੱਲੂ ਨੂੰ ਸਿਖਾਤਾ। ਉਹ ਤਾਂ ਹੈ ਹੀ ਲੱਲੂ ਹੀਗਾ ਵਿਚਾਰਾ। ਉਹਨੂੰ ਸਿਖਾਇਆ ਵੀ ਐਤਕੀ ਤੂੰ ਜਾਣਾ ਤੇ ਚਪੇੜ ਮਾਰ ਕੇ ਰਾਜੇ ਦੀ ਪੱਗ ਲਾ ਦੇਣੀ ਹੈ, ਵੀ ਆਪੇ ਰਾਜਾ ਜਿਹੜਾ ਇਹਦਾ ਤਿਰਸਕਾਰ ਕਰੇਗਾ, ਭਜਾ ਦੇਗਾ, ਇਹਦਾ ਸਤਿਕਾਰ ਨਹੀਂ ਕਰਿਆ ਕਰੇਗਾ। ਲੱਲੂ ਕਹਿਣ ਲੱਗਾ ਅੱਛਾ ਇਹਦੇ ਨਾਲ ਕੀ ਹੋਏਗਾ? ਉਹ ਕਹਿਣ ਲੱਗੇ ਤੇਰੀ ਇੱਜ਼ਤ ਹੋਰ ਵੱਧ ਜਾਣੀ ਹੈ। ਲੱਲੂ ਕਹਿੰਦਾ ਠੀਕ ਹੈ। ਸਾਧ ਸੰਗਤ ਜੀ ਲੱਲੂ ਗਿਆ, ਉਹਨੇ ਰਾਜਾ ਕਹਿੰਦਾ ਆਓ ਬੈਠੋ ਲੱਲੂ ਵੈਦਰਾਜ ਜੀ। ਹਾਂਜੀ ਤੇ ਉਹ ਨਾ ਜੀ ਸਾਧ ਸੰਗਤ ਜੀ ਉਹ ਕਹਿੰਦਾ ਠਹਿਰ ਜਾ, ਬਹਿਣਾ ਵਾ। ਤੇ ਬਹਿਣ ਤੋਂ ਪਹਿਲਾਂ ਉਹਨੇ ਖਿੱਚ ਕੇ ਚਪੇੜ ਮਾਰ ਕੇ ਰਾਜੇ ਦੀ ਪੱਗ ਲਾ ਦਿੱਤੀ ਜੀ। ਹੁਣ ਸਾਰੇ ਹੈਰਾਨ ਵੀ ਹੁਣ ਨਾ ਲੱਲੂ ਬਚਿਆ। ਜਦੋਂ ਰਾਜੇ ਦੀ ਪੱਗ ਲਾਈ ਨਾ ਜੀ, ਪੱਗ ਲੱਥ ਕੇ ਡਿੱਗ ਗਈ ਤੇ ਪੱਗ ਤੇ ਬਿੱਛੂ ਚੜਿਆ ਜਾ ਰਿਹਾ ਹੈਗਾ। ਰਾਜਾ ਕਹਿੰਦਾ ਉਹ ਤੇਰਾ ਭਲਾ ਹੋ ਜੇ, ਲੱਲੂ ਨੇ ਤੇ ਮੇਰਾ ਭਲਾ ਕਰਤਾ। ਲੱਲੂ ਤੇ ਅੰਤਰਜਾਮੀ ਹੈ, ਉਹਨੇ ਹੋਰ ਸਤਿਕਾਰ ਕਰਨਾ ਸ਼ੁਰੂ ਕਰਤਾ ਜੀ। ਉਹ ਈਰਖਾ ਕਰਨ ਵਾਲੇ ਵਿਚਾਰੇ ਸੜ ਬਲ ਗਏ ਜੀ। ਉਹ ਕਹਿੰਦੇ ਹੱਦ ਹੋ ਗਈ, ਉਹ ਇਹਦਾ ਤੇ ਹੋਰ ਸਤਿਕਾਰ ਸ਼ੁਰੂ ਹੋ ਗਿਆ। ਉਹ ਲੱਲੂ ਵਿਚਾਰਾ ਸੋਚਦਾ ਵੀ ਇਹਨਾਂ ਬੰਦਿਆਂ ਨੇ ਮੈਨੂੰ ਤਰੀਕਾ ਦੱਸਿਆ ਤੇ ਰਾਜਾ ਮੇਰੇ ਨਾਲ ਹੋਰ ਪਿਆਰ ਕਰਨ ਲੱਗ ਪਿਆ। ਕੁਝ ਸਮੇਂ ਬਾਅਦ ਲੱਲੂ ਫਿਰ ਰਾਜੇ ਕੋਲ ਜਾਣ ਲੱਗਾ। ਉਹ ਕਹਿੰਦੇ ਇੱਧਰ ਆ। ਰਾਜੇ ਨੂੰ ਕੰਨੋਂ ਫੜ ਕੇ ਨਾ ਤੇ ਸਭਾ ਚੋਂ ਬਾਹਰ ਕੱਢ ਦੇਈਂ, ਵੀ ਆਪੇ ਰਾਜਾ ਇਹਦੀ ਬੇਇੱਜ਼ਤੀ ਕਰੇਗਾ। ਸਾਧ ਸੰਗਤ ਜੀ ਲੱਲੂ ਨੇ ਸਭਾ ਵਿੱਚ ਜਦੋਂ ਗਿਆ, ਰਾਜਾ ਕਹਿੰਦਾ ਆ ਬਹਿ ਜਾ। ਉਹ ਕਹਿੰਦਾ ਠਹਿਰ ਜਾ, ਠਹਿਰ ਜਾ। ਉਹ ਠਹਿਰ ਗਿਆ। ਉਹ ਰਾਜੇ ਦਾ ਕੰਨ ਫੜਿਆ ਉਹਨੇ, ਕੰਨ ਫੜ ਕੇ ਤੇ ਉਹਦੀ ਸਭਾ ਚੋਂ ਬਾਹਰ ਕੱਢਤਾ। ਤੇ ਲਾਲਾ ਲਾਲਾ ਹੋ ਗਈ ਉਹ ਲੱਲੂ ਦਾ ਬੇੜਾ ਤਰ ਜੇ। ਲੱਲੂ ਨੇ ਆਹ ਕੀ ਕਰਤਾ? ਰਾਜੇ ਦਾ ਕੰਨ ਫੜ ਕੇ ਸਿੰਘਾਸਨ ਤੋਂ ਲਾ ਕੇ ਬਾਹਰ ਕੱਢਤਾ। ਤੇ ਸਾਧ ਸੰਗਤ ਜੀ ਜਿਉਂ ਹੀ ਰਾਜਾ ਬਾਹਰ ਨਿਕਲਿਆ ਨਾ, ਛੱਤ ਡਿੱਗ ਗਈ ਜੀ। ਰਾਜਾ ਕਹਿੰਦਾ ਲੱਲੂ ਤੇ ਤਰਕਾਲਦਰਸ਼ੀ ਹੋ ਗਿਆ, ਇਹਨੇ ਤੇ ਮੈਨੂੰ ਬਚਾ ਲਿਆ। ਛੱਤ ਮੇਰੇ ਤੇ ਡਿੱਗਣੀ ਸੀ,
ਇਹ ਲੱਲੂ ਦੀ ਕਿਰਪਾ ਨਾਲ ਬਚ ਗਿਆ। ਸਾਧ ਸੰਗਤ ਜੀ, ਉਹਨੇ ਲੱਲੂ ਦਾ ਘਰ ਹੀ ਬੜਾ ਵਧੀਆ ਬਣਾ ਦਿੱਤਾ ਜੀ। ਜਿਹਨੂੰ ਕਹਿੰਦੇ ਲੱਲੂ ਕਰੇ ਕਵੱਲੀਆਂ, ਰੱਬ ਸਿੱਧੀਆਂ ਪਾਵੇ। ਗੱਲ ਤੇ ਰੱਬ ਦੇ ਸਿੱਧੀ ਪਾਉਣ ਦੀ ਜੇ, ਕਵੱਲੀਆਂ ਦੀ ਨਹੀਂ ਇੰਨੀ ਹੈਗੀ। ਜਿਹਦੀ ਰੱਬ ਸਿੱਧੀ ਪਾ ਦੇ ਦੀ, ਉਹਦੇ ਤੇ ਕਿਰਪਾ ਹੋ ਜਾਂਦੀ। ਸੋ ਮਹਾਰਾਜ ਫਿਰ ਕਦੀ ਕਦੀ ਹਾਸ ਰਸ ਵਾਲੇ ਬਚਨ ਵੀ ਸੁਣਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਕਦੀ ਕਦੀ ਹਾਸ ਰਸ ਵਾਲੇ ਬਚਨ ਵੀ ਹੁੰਦੇ। ਹਾਸ ਬਿਲਾਸ ਆਨੰਦ ਕੋ ਪਾਏ, ਬੜਾ ਆਨੰਦ ਬਣਦਾ। ਪੁੰਨ ਸਤਿਗੁਰ ਕੁਛ ਕਰਹਿ ਆਰਾਮ, ਹਾਂਜੀ। ਪੌੜੇ ਬੜ ਪਰਅੰਕ ਅਭਿਰਾਮ। ਫਿਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਕੁਝ ਸਮਾਂ ਆਰਾਮ ਕਰਦੇ, ਆਰਾਮ ਕਰਨ ਲੱਗ ਪੈਂਦੇ। ਸੌਚ ਇਸ਼ਨਾਨ ਕਰੈ ਤਿਸ ਥਾਨ, ਬੈਠੈ ਸਤਿਗੁਰ ਲਾਏ ਦੀਵਾਨ। ਫਿਰ ਸੌਚ ਇਸ਼ਨਾਨ ਕਰਕੇ ਉੱਥੇ ਆ ਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਸੱਜਦੇ, ਬਚਨ ਬਿਲਾਸ ਹੁੰਦੇ, ਕਥਾ ਕੀਰਤਨ ਹੁੰਦਾ। ਹਾਂਜੀ। ਬਾਗ ਬੀਚ ਇੱਕ ਬਾਸੁਰ ਬੈਸੇ। ਇੱਕ ਦਿਨ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਮਹਾਰਾਜ ਇੱਕ ਬਾਗ ਵਿੱਚ ਬੈਠੇ ਗੁਰੂ ਗੋਬਿੰਦ ਸਿੰਘ ਜੀ। ਹਾਂਜੀ। ਸੁਰ ਸਿੱਖਨ ਮਹਿ ਸੁਰਪਤ ਜੈਸੇ। ਗੁਰੂ ਕੇ ਸਿੱਖ ਲਾਗੇ ਬੈਠੇ ਨੇ ਜੀ, ਦੇਵਤਿਆਂ ਵਰਗੇ ਸਿੱਖ ਨੇ, ਤੇ ਵਿੱਚ ਘਰ ਮਹਾਰਾਜ ਦੇਵਤਿਆਂ ਦੇ ਰਾਜਾ ਬਣ ਕੇ ਸੱਚੇ ਪਾਤਸ਼ਾਹ ਜੀ ਬੈਠੇ ਨੇ। ਫਤਿਹ ਸ਼ਾਹ ਸ਼੍ਰੀਨਗਰ ਭੋਪਾਲਾ। ਸ਼੍ਰੀਨਗਰ ਦਾ ਰਾਜਾ ਫਤਿਹ ਸ਼ਾਹ, ਜਿਹੜਾ ਸਾਧ ਸੰਗਤ ਜੀ ਭੀਮ ਚੰਦ ਦਾ ਕੁੜਮ ਵੀ ਬਣ ਰਿਹਾ ਜੀ। ਤੇ ਭੀਮ ਚੰਦ ਦਾ ਵੀ ਕੁੜਮ ਹੈ, ਤੇ ਫਤਿਹ ਸ਼ਾਹ ਰਾਜੇ ਦੀ ਮਹਾਰਾਜ ਸੱਚੇ ਪਾਤਸ਼ਾਹ ਨੇ ਮੇਦਨੀ ਪ੍ਰਕਾਸ਼ ਨਾਲ ਸਹਿਮਤੀ ਕਰਾਈ ਸੀਗੀ ਜੀ। ਇਹ ਉਹ ਫਤਿਹ ਸ਼ਾਹ ਰਾਜਾ ਹੈ। ਲਾਗੀ ਪਠੇ ਆਏ ਤਿਸ ਕਾਲਾ। ਉਹਨੇ ਲਾਗੀ ਭੇਜੇ ਸੱਚੇ ਪਾਤਸ਼ਾਹ ਕੋਲ ਜੀ। ਫਤਿਹ ਸ਼ਾਹ ਰਾਜੇ ਨੇ ਕਰ ਬੰਧਨ ਕੋ ਦੀਨਸ ਪਾਤੀ। ਮਹਾਰਾਜ ਬਾਗ ਵਿੱਚ ਬੈਠੇ ਆ, ਲਾਗੀ ਆਏ, ਉਹਨਾਂ ਨੇ ਸਤਿਗੁਰਾਂ ਨੂੰ ਨਮਸਕਾਰ ਕੀਤੀ। ਨਮਸਕਾਰ ਕਰਕੇ ਸਤਿਗੁਰਾਂ ਨੂੰ ਚਿੱਠੀ ਫੜਾਈ। ਨਿਰਪ ਕੀ ਨਮੋ ਕੀਨ ਬਖਿਆਤੀ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਕਹਿੰਦੇ ਸਤਿਗੁਰੂ ਜੀ, ਰਾਜੇ ਵੱਲੋਂ ਤੁਹਾਨੂੰ ਮੱਥਾ ਟੇਕਦੇ ਹਾਂ। ਮਹਾਰਾਜ ਰਾਜੇ ਦੀ ਨਮਸਕਾਰ ਪ੍ਰਵਾਨ ਕਰੋ। ਆਨ ਕਾਵਰਾਂ ਅਨਕ ਕਹਾਰਨ। ਹੋਰ ਬੜੀਆਂ ਵਹਿੰਗੀਆਂ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਲਿਆਂਦੀਆਂ ਜੀ। ਹਾਂਜੀ। ਗੁਰ ਆਗੇ ਸਭ ਕੀਨ ਉਤਾਰਨ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਉਤਾਰ ਦਿੱਤੀਆਂ ਜੀ, ਜਿਨ੍ਹਾਂ ਵਿੱਚ ਮਠਿਆਈਆਂ ਸੀਗੀਆਂ ਬੜੀਆਂ ਬੜੀਆਂ। ਹਾਥ ਬੰਦ ਮਾਨਵ ਕਹਿ ਬਾਣੀ। ਮਹਿ ਪਾਲਕ ਬਹੁ ਬਿਨੈ ਬਖਾਨੀ। ਹੱਥ ਜੋੜ ਕੇ ਉਹ ਬੰਦੇ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਨੂੰ ਬੇਨਤੀ ਕਰਨ ਲੱਗੇ। ਗੰਢ ਪੁੰਗ ਫਲ ਆਦ ਪਠਾਈ। ਮਹਾਰਾਜ ਫਤਿਹ ਸ਼ਾਹ ਰਾਜੇ ਨੇ ਗੰਢ ਪੁੰਗ ਭੇਜੀ ਹੈ। ਆਖੋ ਵਾਹਿਗੁਰੂ। ਵਾਹਿਗੁਰੂ। ਗੰਢ ਪੁੰਗ ਹੁੰਦੀ ਸਾਧ ਸੰਗਤ ਜੀ, ਜਦੋਂ ਮੇਲ ਨੂੰ ਸੱਦਦੇ ਨਾ, ਲੜਕੀ ਵਾਲੇ ਆਪਣੇ ਰਿਸ਼ਤੇਦਾਰਾਂ ਨੂੰ ਸੱਦਦੇ ਆ, ਤੇ ਗੰਢ ਵਿੱਚ ਮਠਿਆਈਆਂ ਭੇਜਦੇ ਆ, ਫਲ ਭੇਜਦੇ ਆ, ਉਹਨੂੰ ਗੰਢ ਪੁੰਗ ਕਹਿੰਦੇ ਹੁੰਦੇ ਸੀਗੇ ਜੀ। ਕਹਿੰਦੇ ਮਹਾਰਾਜ ਫਤਿਹ ਸ਼ਾਹ ਰਾਜੇ ਨੇ ਗੰਢ ਪੁੰਗ ਭੇਜੀ ਹੈ। ਨਿਜ ਕੰਨਿਆ ਕੋ ਵਿਆਹ ਰਚਾਈ। ਤੇ ਮਹਾਰਾਜ ਰਾਜੇ ਦੀ ਬੇਟੀ ਦਾ ਵਿਆਹ ਹੈ। ਹਾਂਜੀ। ਸਦਨ ਅਵਾਹਨ ਤੁਮ ਕੋ ਚਾਹਾ। ਤੇ ਰਾਜੇ ਵੱਲੋਂ ਬੇਨਤੀ ਹੈ, ਆਪ ਜੀ ਕਿਰਪਾ ਕਰਕੇ ਵਿਆਹ ਵਿੱਚ ਆਪਣੇ ਪਵਿੱਤਰ ਦਰਸ਼ਨ ਬਖਸ਼ਿਸ਼ ਕਰੋ। ਹਿਤ ਵਡਿਆਈ ਅਨਕ ਉਮਾਹਾ। ਫਿਰ ਪੜ੍ਹ ਦਿਓ। ਹਿਤ ਵਡਿਆਈ ਅਧਿਕ ਉਮਾਹਾ। ਜਦੋਂ ਆਪ ਜੀ ਵਿਆਹ ਵਿੱਚ ਆਵੋਗੇ ਤੇ ਮਹਾਰਾਜ ਸੱਚੇ ਪਾਤਸ਼ਾਹ ਰਾਜੇ ਦੀ ਵਡਿਆਈ ਹੋਏਗੀ ਜੀ, ਰਾਜੇ ਦੀ ਸ਼ਾਨ ਵਿੱਚ ਵਾਧਾ ਹੋਏਗਾ। ਗੱਲ ਕੁਦਰਤੀ ਹੈ, ਜਿਹਦੀ ਧੀ ਦੇ ਵਿਆਹ 'ਚ ਬਾਜਾਂ ਵਾਲੇ ਜਾਣਗੇ, ਉਹਦੀ ਤੇ ਵਡਿਆਈ ਆਪੇ ਹੀ ਹੋਣੀ ਹੈ ਜੀ। ਵੀ ਫਲਾਣੇ ਦੀ ਧੀ ਦੇ ਵਿਆਹ ਵਿੱਚ ਗੁਰੂ ਗੋਬਿੰਦ ਸਿੰਘ ਆਏ ਸੀਗੇ ਭਾਈ। ਉਹ ਕਹਿੰਦੇ ਮਹਾਰਾਜ ਬੜਾ ਵਾਧਾ ਹੋਏਗਾ ਰਾਜੇ ਦੀ ਵਡਿਆਈ ਵਿੱਚ। ਚਰਨ ਆਪ ਕੇ ਜਬ ਤਹ ਪਰ। ਜਦੋਂ ਆਪ ਜੀ ਦੇ ਚਰਨ ਰਾਜੇ ਦੇ ਇਲਾਕੇ ਵਿੱਚ ਪੈਣਗੇ, ਸਭ ਭਰਾਤਨ ਤੇ ਵੱਡਤਾ ਧਰੈ। ਤੇ ਉਹਦੀ ਵਡਿਆਈ ਵੱਡੀ ਹੋ ਜਾਣੀ।
ਸਭ ਪਹਾੜੀ ਰਾਜਿਆਂ ਵਿੱਚੋਂ ਉਹਨੂੰ ਵੱਡਾ ਮੰਨਣਗੇ ਸਾਰੇ। ਹੁਣ ਸਮਾਂ ਵੇਖੋ ਵੀ ਫਤਿਹ ਸ਼ਾਹ ਮਹਾਰਾਜ ਨੂੰ ਵਿਆਹ ਵਿੱਚ ਸੱਦ ਰਿਹਾ, ਹਾਂਜੀ, ਤੇ ਫਤਿਹ ਸ਼ਾਹ ਦਾ ਕੁੜਮ ਮੇਦਨੀ ਵਾਹਿਗੁਰੂ ਭੀਮ ਚੰਦ ਹੈ ਜੀ। ਭੀਮ ਚੰਦ ਦੀ ਤੇ ਗੁਰੂ ਸਾਹਿਬ ਨਾਲ ਬਿਲਕੁਲ ਨਹੀਂ ਬਣਦੀ, ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ, ਉਹਨੇ ਵਿਆਹ 'ਚ ਸੱਦਾ ਦਿੱਤਾ ਮਹਾਰਾਜ ਨੂੰ। ਹੁਣ ਇੱਧਰ ਫਤਿਹ ਸ਼ਾਹ ਵਾਸਤੇ ਗੁਰੂ ਸਾਹਿਬ ਨੇ, ਉਧਰ ਕੁੜਮ ਹੈ ਜੀ। ਹਾਂਜੀ, ਸੁਨ ਸਤਿਗੁਰ ਤਿਨ ਧੀਰਜ ਦੀਨੋ। ਉਹ ਬੰਦੇ ਮਹਾਰਾਜ ਨੂੰ ਬੇਨਤੀ ਕਰਦੇ, ਸੱਚੇ ਪਾਤਸ਼ਾਹ ਕਿਰਪਾ ਕਰੋ, ਵਿਆਹ ਵਿੱਚ ਦਰਸ਼ਨ ਬਖਸ਼ਿਸ਼ ਕਰੋ। ਮਠਿਆਈਆਂ ਡੱਬੇ ਭੇਜੇ ਉਹਨੇ, ਮਹਾਰਾਜ ਨੇ ਉਹਨਾਂ ਨੂੰ ਧੀਰਜ ਦਿੱਤਾ। ਮਿਲ ਕਰ ਵਾਸ ਪਾਵਟੇ ਕੀਨੋ। ਮਹਾਰਾਜ ਕਹਿੰਦੇ ਕੋਈ ਨਹੀਂ, ਅੱਜ ਰਾਤ ਇੱਥੇ ਰਹੋ, ਕਹਿਣ ਲੱਗੇ। ਹਾਂਜੀ, ਭਾਈ ਭੋਰ ਨਿਜ ਨਿਕਟ ਬੁਲਾਏ। ਅਗਲਾ ਦਿਨ ਚੜ੍ਹਿਆ, ਸਭ ਨੇ ਆਰਾਮ ਕਰਕੇ ਅਗਲੇ ਦਿਨ ਜਾਗਣਾ ਕੀਤਾ, ਸੌਚ ਇਸ਼ਨਾਨ ਹੋਇਆ, ਸਵੇਰ ਦੀ ਕਥਾ ਕੀਰਤਨ ਦਾ ਨੇਮ ਹੋਇਆ। ਫਿਰ ਸਤਿਗੁਰੂ ਜੀ ਨੇ ਉਹ ਲਾਗੀ ਸੱਦ ਲਏ ਜੀ। ਹਾਂਜੀ, ਕਰੇ ਵਿਸਰਜਨ ਦਰਬ ਦਿਵਾਏ। ਮਹਾਰਾਜ ਨੇ ਗੁਰਸਿੱਖਾਂ ਨੂੰ ਕਿਹਾ ਵੀ ਇਹ ਸਗਨਾਂ ਦਾ ਸੁਨੇਹਾ ਲੈ ਕੇ ਆਏ ਐ, ਖਾਲੀ ਹੱਥ ਨਹੀਂ ਮੋੜਨਾ, ਇਹਨਾਂ ਨੂੰ ਮਾਇਆ ਦਿਓ। ਹਾਂਜੀ, ਹਮਰੇ ਆਵਨ ਮਹਿ ਸੰਦੇਹੂ। ਮਾਇਆ ਦਿੱਤੀ ਤੇ ਨਾਲ ਹੀ ਮਹਾਰਾਜ ਕਹਿੰਦੇ ਹੁਣ ਸੁਣੋ ਭਾਈ, ਵਿਆਹ ਵਿੱਚ ਸਾਡਾ ਆਉਣਾ ਯੋਗ ਨਹੀਂ ਹੈਗਾ, ਅਸੀਂ ਨਹੀਂ ਆ ਸਕਦੇ ਵਿਆਹ ਵਿੱਚ। ਹਾਂਜੀ, ਸੰਗ ਭੂਰ ਸਿੱਖ ਸੈਨ ਸਨੇਹੂ। ਕਿਉਂ? ਸਾਡੇ ਨਾਲ ਫੌਜ ਬੜੀ ਹੈ, ਤੇ ਇੱਕ ਵੀ ਅਸੀਂ ਜਿੱਧਰ ਜਾਣਾ ਸਾਡੇ ਸਿੱਖਾਂ ਨੇ ਵੀ ਉਧਰ ਜਾਣਾ। ਹਾਂਜੀ, ਕਾਰਨ ਘਨੇ ਅਪਰ ਕਹਿ ਕਹਾਂ। ਤੇ ਰਾਜਾ ਤੇ ਸਾਡੀਆਂ ਤਿਆਰੀਆਂ ਵਿੱਚ ਹੀ ਲੱਗ ਜਾਏਗਾ। ਬਾਕੀ ਵਿਆਹ ਵਿੱਚ ਨਾ ਆਉਣ ਦੇ ਹੋਰ ਵੀ ਕਈ ਕਾਰਨ ਹਨ। ਰਾਜੇ ਅਨਿਕ ਆਏ ਹੈ ਜਹਾਂ। ਮਹਾਰਾਜ ਕਹਿਣ ਲੱਗੇ ਉੱਥੇ ਬੜੇ ਰਾਜਿਆਂ ਨੇ ਆਉਣਾ। ਹਾਂਜੀ, ਹੋਏ ਨਾ ਅਪਰ ਕਿਸ ਸਾਥ ਬਖੇਰਾ। ਕੇਤਕ ਪੂਰਬ ਬਾਢਿਓ ਝੇਰਾ। ਆਖੋ ਸ੍ਰੀ ਵਾਹਿਗੁਰੂ। ਤੇ ਮਹਾਰਾਜ ਸਤਿਗੁਰੂ ਜੀ ਨੇ ਬਚਨ ਕੀਤਾ, ਇੰਨੇ ਰਾਜੇ ਆਉਣੇ ਆ, ਇਹ ਨਾ ਹੋਵੇ ਵੀ ਸਾਡਾ ਉੱਥੇ ਕਿਸੇ ਨਾ ਕੋਈ ਸਾਡੀ ਵੇਖ ਕੇ ਚੜ੍ਹਤ ਨੂੰ ਜੜ ਨਾ ਸਕੇ ਤੇ ਝਗੜਾ ਹੋ ਜਾਵੇ, ਵਿਆਹ ਦਾ ਕੰਮ ਖਰਾਬ ਹੋ ਜਾਏਗਾ। ਇਹ ਨਹੀਂ ਮਹਾਰਾਜ ਨੇ ਉਹਨਾਂ ਨੂੰ ਕਿਹਾ ਵੀ ਉਹਦਾ ਤੇ ਕੁੜਮ ਸਾਡੇ ਨਾਲ ਵੈਰ ਕਰਦਾ ਜੀ, ਐਸਾ ਨਹੀਂ ਕਿਹਾ ਜੀ। ਧਾਰਮਿਕ ਪੁਰਸ਼ ਜਿਹੜੇ ਹੁੰਦੇ ਨਾ, ਉਹ ਬੜੇ ਸਿਆਣੇ ਹੁੰਦੇ ਆ, ਕਿਹੜਾ ਬਚਨ ਕਿੱਥੇ ਕਰਨਾ ਕਿੱਥੇ ਨਹੀਂ ਕਰਨਾ, ਸਾਰੀ ਗੱਲ ਦਾ ਪਤਾ ਹੁੰਦਾ ਜੀ। ਮਹਾਰਾਜ ਨੇ ਇਹ ਬਚਨ ਨਹੀਂ ਕੀਤਾ ਉਹਨਾਂ ਨਾਲ। ਹਾਂਜੀ, ਨਿਜ ਦੀਵਾਨ ਪਠਾਵਨ ਕਰੈ। ਕੇਤਿਕ ਸੈਨ ਤਿਨਹੁ ਸੰਗ ਕਰੈ। ਹਾਂ, ਮਹਾਰਾਜ ਕਹਿਣ ਲੱਗੇ ਅਸੀਂ ਆਪਣੇ ਵੱਲੋਂ ਆਪਣੇ ਦੀਵਾਨ ਨੂੰ ਭੇਜਾਂਗੇ, ਆਨੰਦ ਚੰਦ ਨੂੰ, ਨਾਲ ਕੁਝ ਫੌਜ ਵੀ ਭੇਜ ਦਿਆਂਗੇ ਉਹਦੇ। ਇਤਿਆਦਿਕ ਸੋ ਨਰ ਸੁਨ ਕਾਨ। ਉਹ ਮਨੁੱਖ ਇਹ ਗੱਲ ਸੁਣ ਕੇ ਬੰਦਤ ਨਿਰਪ ਢਿਗ ਕੀਨ ਪਿਆਨ। ਹੱਥ ਦੌੜ ਕੇ ਚਲੇ ਗਏ ਤੇ ਰਾਜੇ ਫਤਿਹ ਸ਼ਾਹ ਦੇ ਕੋਲ ਪਹੁੰਚੇ ਜੀ। ਜਾਏ ਪ੍ਰਸੰਗ ਸੁਨਾਵਨ ਕਰਿਓ। ਜਾ ਕੇ ਰਾਜੇ ਫਤਿਹ ਸ਼ਾਹ ਅੱਗੇ ਹੱਥ ਜੋੜ ਕੇ ਕਹਿਣ ਲੱਗੇ, ਰਾਜਾ ਜੀ ਮਹਾਰਾਜ ਨੇ ਸਾਨੂੰ ਇਸ ਤਰ੍ਹਾਂ ਕਿਹਾ ਹੈ, ਬਾਚ ਕਲਗੀ ਧਰ ਜਥਾ ਉਚਰਿਓ। ਵੀ ਜਿਵੇਂ ਮਹਾਰਾਜ ਨੇ ਕਿਹਾ ਸੀ ਵੀ ਉੱਥੇ ਰਾਜੇ ਬਹੁਤ ਆਉਣੇ ਆ, ਫੌਜ ਸਾਡੇ ਨਾਲ ਵੀ ਹੋਣੀ ਹੈ, ਤੇ ਐਵੇਂ ਕਿਤੇ ਝਗੜਾ ਨਾ ਹੋ ਜਾਵੇ। ਹਾਂਜੀ, ਸਕਲ ਭਾਂਤ ਤਿਆਰੀ ਕਰਵਾਈ। ਫਤਿਹ ਸ਼ਾਹ ਕਹਿਣ ਲੱਗਾ ਵੀ ਜਿਵੇਂ ਮਹਾਰਾਜ ਦੀ ਖੁਸ਼ੀ। ਪਤਾ ਤੇ ਫਤਿਹ ਸ਼ਾਹ ਨੂੰ ਵੀ ਸੀਗਾ, ਆਖੋ ਵਾਹਿਗੁਰੂ ਵਾਹਿਗੁਰੂ। ਪਰ ਕਈ ਥਾਵਾਂ ਇਹੋ ਜਿਹੀਆਂ ਹੁੰਦੀਆਂ ਬੰਦਾ ਛੱਡ ਨਹੀਂ ਸਕਦਾ ਜੀ। ਫਤਿਹ ਸ਼ਾਹ ਨੇ ਕਿਹਾ ਵੀ ਠੀਕ ਹੈ। ਫਤਿਹ ਸ਼ਾਹ ਨੇ ਫਿਰ ਸਾਰੀ ਤਿਆਰੀ ਕਰਵਾਈ ਆਪਣੀ ਬੱਚੀ ਦੇ ਵਿਆਹ ਦੀ। ਫਤਿਹ ਸ਼ਾਹ ਉਰ ਮੋਦ ਬਢਾਈ। ਬੜੀ ਖੁਸ਼ੀ ਨਾਲ ਆਪਣੀ ਬੱਚੀ ਦੇ ਵਿਆਹ ਦੀ ਤਿਆਰੀ ਕਰਵਾਉਣੀ ਸ਼ੁਰੂ ਕੀਤੀ। ਹੁਣ ਵੇਖੋ ਉਹ ਵੀ ਰਾਜਾ ਜੀ, ਤੇ ਰਾਜਿਆਂ ਦੀਆਂ ਤਿਆਰੀਆਂ ਆਮ ਤੇ ਹੁੰਦੀਆਂ ਹੀ ਨਹੀਂ ਜੀ, ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਰਾਜਿਆਂ ਦੀਆਂ ਤਿਆਰੀਆਂ ਤੇ ਖਾਸ ਹੀ ਹੁੰਦੀਆਂ ਨੇ ਨਾ ਜੀ। ਹਾਂਜੀ,
ਬਹੁਤੇ ਆਏ ਮੇਲ ਮਹਾਰਾਜੇ, ਹਾਂਜੀ। ਉਤ ਵਿਆਹ ਮੈਂ ਬ੍ਰਿੰਦ ਬਿਰਾਜੇ। ਰਾਜੇ ਨੇ ਫਿਰ ਤਿਆਰੀ ਕਰਾਈ ਵੀ ਮੇਲ ਵਿੱਚ ਵੀ ਰਾਜੇ ਹੀ ਆਉਣੇ ਆ ਤੇ ਬਰਾਤ ਵਿੱਚ ਵੀ ਰਾਜੇ ਹੀ ਆਉਣੇ ਆ ਜੀ। ਹਾਂਜੀ। ਸਕਲ ਗ੍ਰਿਨ ਧਾਰਾ ਪਤ ਮਿਲੈ, ਹਾਂਜੀ। ਹੋਏ ਉਤਸ਼ਾਹ ਵਿਆਹ ਕੋ ਭਲੇ। ਵੀ ਇਹ ਇੱਕ ਇਹੋ ਜਿਹਾ ਵਿਆਹ ਸੀ ਜਿਹਦੇ ਵਿੱਚ 22 ਧਾਰ ਦੇ ਸਾਰੇ ਰਾਜੇ ਇਕੱਠੇ ਹੋਣੇ ਸੀਗੇ ਜੀ। 22 ਧਾਰ ਦੇ ਸਾਰੇ ਰਾਜੇ ਉਸ ਵਿਆਹ ਵਿੱਚ ਇਕੱਠੇ ਹੋਣੇ ਸੀਗੇ ਜੀ। ਹਾਂਜੀ। ਘਨੋ ਅੰਨ ਕ੍ਰਿਤ ਕੋ ਪਕਵਾਨ। ਸੋ ਉਹਨੇ ਬੜੇ ਬੜੇ ਆਪਣੇ ਮਨੁੱਖਾਂ ਨੂੰ ਭੇਜ ਦਿੱਤਾ ਵੀ ਜਾਓ ਅੰਨ ਲੱਭੋ, ਦੇਸੀ ਘਿਓ ਲੱਭ ਕੇ ਲੈ ਕੇ ਆਓ, ਮਿਸ਼ਠਾਨ ਲੈ ਕੇ ਆਓ, ਮਠਿਆਈਆਂ ਬਣਵਾਓ, ਮਧੁਰ ਕਰਹਿ ਰਖਵਾਏ ਮਹਾਨ। ਸਭ ਕੁਝ ਮੰਗਾ ਕੇ ਪਹਿਲਾਂ ਹੀ ਰਖਵਾਉਣਾ ਸ਼ੁਰੂ ਕਰ ਦਿੱਤਾ। ਵੀ ਉਸ ਸਮੇਂ ਕਿੱਥੋਂ ਸਟੋਰ ਹੁੰਦੇ ਹੈਗੇ ਜੀ, ਕਿੱਥੋਂ ਦੁਕਾਨਾਂ ਹੁੰਦੀਆਂ ਹੈਗੀਆਂ ਜੀ। ਇਹ ਤਾਂ ਪਹਿਲਾਂ ਹੀ ਮੰਗਵਾ ਕੇ ਪ੍ਰਬੰਧ ਕਰਕੇ ਰੱਖਣਾ ਪੈਂਦਾ ਸੀਗਾ ਜੀ। ਤ੍ਰਿਣ ਦਾਨਾ ਕੇ ਸੰਚ ਅੰਬਾਰ। ਘਾਹ ਦੇ ਢੇਰ ਲਾ ਦਿੱਤੇ ਜੀ, ਕਿਉਂ ਰਾਜਿਆਂ ਨਾਲ ਫੌਜਾਂ ਵੀ ਆਉਣੀਆਂ, ਘੋੜੇ ਹਾਥੀ ਵੀ ਆਉਣੇ, ਦਾਣਿਆਂ ਦੇ ਬੜੇ ਬੜੇ ਢੇਰ ਲਵਾਏ ਜੀ ਇਹਨੇ। ਖਰਚ ਹੈ ਧਨ ਕਉ ਬਨਿਓ ਉਦਾਰ। ਬਹੁਤ ਜ਼ਿਆਦਾ ਮਾਇਆ ਜਿਹੜੀ ਹੈ ਉਹ ਫਤਿਹ ਸ਼ਾਹ ਖਰਚ ਰਿਹਾ ਆਪਣੀ ਬੱਚੀ ਦੇ ਵਿਆਹ ਵਾਸਤੇ ਜੀ। ਵੇਖੋ ਨਾ ਜੀ, ਰਾਜਾ ਤੇ ਇੱਕ ਨਹੀਂ ਸਾਂਭਿਆ ਜਾਂਦਾ ਤੇ 22 ਰਾਜੇ ਆਉਣੇ ਆ। ਆਖੋ ਵਾਹਿਗੁਰੂ ਵਾਹਿਗੁਰੂ। 22 ਰਾਜੇ ਆਉਣੇ, ਕੁਝ ਫਤਿਹ ਸ਼ਾਹ ਵੱਲੋਂ ਹੋਣੇ ਆ, ਕੁਝ ਭੀਮ ਚੰਦ ਨੇ ਲੈ ਕੇ ਆਉਣੇ ਆ। ਬੜਾ ਵੱਡਾ ਵਿਆਹ ਹੋ ਰਿਹਾ ਜੀ। ਗੜਵਾਲ ਦਾ ਰਾਜਾ, ਬੜਾ ਵੱਡਾ ਪ੍ਰਬੰਧ ਹੋ ਰਿਹਾ ਜੀ। ਹਾਂਜੀ। ਇਤ ਸਤਿਗੁਰ ਉਰ ਬਿਖੈ ਵਿਚਾਰਾ। ਇੱਧਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਉਂਟਾ ਸਾਹਿਬ ਬੈਠੇ ਆ। ਮਹਾਰਾਜ ਆਪਣੇ ਮਨ ਵਿੱਚ ਵਿਚਾਰ ਕਰਦੇ ਹਨ। ਰਾਜਨੀਤ ਕੋ ਕਿਤਕ ਪ੍ਰਕਾਰਾ। ਵੀ ਰਾਜਨੀਤੀ ਕੀ ਕਹਿੰਦੀ ਹੈ। ਹਾਂਜੀ। ਕੰਨਿਆ ਵਿਆਹ ਬਿਖੈ ਕੁਛ ਦੇਨ, ਜਗਤ ਰੀਤ ਠਾਨੈ ਸਭ ਲੈਣਾ। ਵੀ ਨੀਤੀ ਇਹ ਕਹਿੰਦੀ ਹੈ ਵੀ ਜਦੋਂ ਧੀ ਦਾ ਵਿਆਹ ਹੋਵੇ ਤੇ ਆਪਣੇ ਸਾਥੀ ਦੀ ਮਦਦ ਕਰਨੀ ਚਾਹੀਦੀ ਹੈ। ਹਾਂਜੀ। ਕੁਛ ਦੇਣਾ ਚਾਹੀਦਾ, ਆਪਣੇ ਸਾਥੀ ਦੀ ਮਦਦ ਕਰਨੀ ਚਾਹੀਦੀ ਹੈ। ਫਤਿਹ ਸ਼ਾਹ ਸਾਡੀ ਸ਼ਰਨ 'ਚ ਆਇਆ, ਉਹ ਸਾਡਾ ਸਾਥੀ ਹੈ ਤੇ ਮਹਾਰਾਜ ਕਹਿਣ ਲੱਗੇ ਉਹਦੀ ਬੱਚੀ ਦਾ ਵਿਆਹ ਤੇ ਸਾਨੂੰ ਵੀ ਕੁਝ ਭੇਜਣਾ ਚਾਹੀਦਾ। ਇਹ ਤਾਂ ਮਰਿਆਦਾ ਚੱਲੀ ਆ ਰਹੀ ਹੈ। ਹਾਂਜੀ। ਜਾਨ ਆਪਣੀ ਊਚ ਵਡਾਈ। ਫਿਰ ਮਹਾਰਾਜ ਨੇ ਕਿਹਾ ਵੀ ਇੱਕ ਆਮ ਲੋਕ ਦਿੰਦੇ ਆ ਤੇ ਅਸੀਂ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਗੱਦੀ ਦੇ ਸੇਵਾਦਾਰ ਹਾਂ ਭਾਈ, ਸਾਨੂੰ ਤਾਂ ਉਸ ਹਿਸਾਬ ਨਾਲ ਦੇਣਾ ਚਾਹੀਦਾ। ਹਾਂਜੀ। ਦੁਤੀਏ ਪਿਖ ਹੈ ਬ੍ਰਿੰਦ ਗਿਰਾਈ। ਦੂਜਾ ਜੋ ਅਸੀਂ ਭੇਜਾਂਗੇ ਉੱਥੇ ਸਾਰੇ ਪਹਾੜੀ ਰਾਜੇ ਵੀ ਹੋਣੇ ਆ। ਜੇ ਥੋੜਾ ਭੇਜਿਆ ਉਹਨਾਂ ਕਹਿਣਾ ਏਡੇ ਵੱਡੇ ਗੁਰੂ ਇੰਨੀ ਥੋੜੀ ਚੀਜ਼ ਭੇਜੀ। ਵੀ ਸਭ ਨੂੰ ਸਾਰਿਆਂ ਦੇ ਵਿੱਚ ਪਤਾ ਲੱਗਣਾ ਹੈ। ਹਾਂਜੀ। ਬਾਹਰੋ ਚਿਤ ਉਦਾਰ ਗੁਰ ਕੇਰਾ। ਭਾਈ ਸੰਤੋਖ ਸਿੰਘ ਜੀ ਕਹਿੰਦੇ ਸਾਧ ਸੰਗਤ ਜੀ, ਇਹ ਗੱਲਾਂ ਤਾਂ ਪਾਸੇ ਰਹੀਆਂ, ਸਭ ਤੋਂ ਵੱਡੀ ਗੱਲ ਇਹ ਹੈ ਵੀ ਗੁਰੂ ਗੋਬਿੰਦ ਸਿੰਘ ਜੀ ਦਿਆਲੂ ਬੜੇ ਨੇ। ਲੋਕਾਂ ਦੇ ਇਹ ਦਾਨ ਦਿੱਤੇ ਮੁੱਕ ਸਕਦੇ, ਗੁਰੂ ਦਾ ਤੇ ਦਾਨ ਵੀ ਵੱਡਾ ਹੁੰਦਾ ਜੀ। ਹਾਂਜੀ। ਜਾਂ ਤੇ ਚਾਹਤ ਦਿਓ ਕਨੇਰਾ। ਇਸ ਕਰਕੇ ਸੱਚੇ ਪਾਤਸ਼ਾਹ ਜੀ ਨੇ ਫੁਰਨਾ ਬਣਾਇਆ ਵੀ ਖੁੱਲਾ ਹੀ ਦੇ ਦੇਣਾ, ਆਪਾਂ ਖੁੱਲਾ ਦਈਏ ਤਾਂ ਕਿ ਪਤਾ ਲੱਗੇ ਸਭ ਨੂੰ ਵੀ ਗੁਰੂ ਘਰੋਂ ਕਿਵੇਂ ਮਦਦ ਕੀਤੀ ਜਾਂਦੀ ਹੈ। ਹਾਂਜੀ। ਜੇਵਰ ਜਰੇ ਜਰਾਵ ਜਵਾਹਰ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਧੰਨ ਦਿਆਲੂ ਕਿਰਪਾਲੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਰਾਜੇ ਦੀ ਬੱਚੀ ਵਾਸਤੇ ਗਹਿਣੇ ਬਣਵਾਏ ਜੀ। ਫਿਰ ਜੀ ਬੜੇ ਬੜੇ ਕੀਮਤੀ ਸੋਨੇ ਦੇ ਗਹਿਣੇ ਮਹਾਰਾਜ ਜੀ ਨੇ ਕਢਵਾਏ ਜੀ ਉਹਦੇ ਵਾਸਤੇ। ਹਾਂਜੀ। ਜਾਗਤ ਜ਼ੇਬ ਜਿਨਹੋਂ ਕੀ ਜ਼ਾਹਰ। ਜਿਹਦੇ ਵਿੱਚ ਬੜੇ ਬੜੇ ਮੋਤੀ ਲਾਏ ਜੀ, ਹੀਰੇ ਮੋਤੀ ਲਵਾਏ, ਉਹ ਗਹਿਣੇ ਚਮਕਾ ਮਾਰਨ ਜੀ। ਹਾਂਜੀ। ਸੁੰਦਰ ਕੁੰਦਨ ਕੇ ਬਨਵਾਏ। ਹਾਂਜੀ। ਬਾਹਰ ਦਰਬ ਜਿਨ ਉਪਰ ਲਾਏ। ਫਿਰ ਰਾਜੇ ਦੀ ਬੱਚੀ ਵਾਸਤੇ ਬਹੁਤ ਸੋਹਣਾ ਕੜਿਆਂ ਦਾ ਜੋੜਾ ਬਣਵਾਇਆ, ਉਹ ਵੀ ਸੋਨੇ ਦਾ ਜੀ, ਜਿਹਦੇ ਵਿੱਚ ਮੋਤੀ ਕੀਮਤੀ ਮੋਤੀ ਲਵਾਏ ਸਤਿਗੁਰਾਂ ਨੇ।
ਹਾਂਜੀ ਪਸ਼ਮੰਬਰ ਪਾਟੰਬਰ ਘਨੇ ਹਾਂਜੀ। ਗੋਟਾ ਜ਼ਰੀ ਲਾਗ ਬਰ ਬਨੇ। ਬੱਚੀ ਵਾਸਤੇ, ਰਾਜੇ ਵਾਸਤੇ, ਰਾਣੀਆਂ ਵਾਸਤੇ ਤੇ ਹੋਰ ਰਿਸ਼ਤੇਦਾਰਾਂ ਵਾਸਤੇ ਸਤਿਗੁਰੂ ਜੀ ਨੇ ਬਹੁਤ ਕੀਮਤੀ ਕੀਮਤੀ ਬਸਤਰ ਬਣਵਾਏ। ਸਾਧ ਸੰਗਤ ਜੀ, ਬੜੇ ਕੀਮਤੀ ਕੀਮਤੀ ਬਸਤਰ ਬਣਵਾਏ, ਸੋਹਣੇ ਗੋਟੇ ਲਵਾਏ। ਉਹਨਾਂ ਜ਼ਮਾਨਿਆਂ 'ਚ ਗੋਟਾ ਲਵਾਉਣਾ ਬੜੀ ਵੱਡੀ ਗੱਲ ਹੁੰਦੀ ਸੀਗੀ ਜੀ। ਆਖੋ ਸ਼੍ਰੀ ਵਾਹਿਗੁਰੂ। ਹਾਂਜੀ ਬਾਸਨ ਕੰਚਨ ਰਜਤ ਕਰਾਏ ਹਾਂਜੀ। ਕਾਰੀਗਰਨ ਅਨੇਕ ਬਣਾਏ। ਵਾਹ ਵਾਹ। ਕਈ ਕਾਰੀਗਰ ਸੱਚੇ ਪਾਤਸ਼ਾਹ ਨੇ ਪਾਉਂਟਾ ਸਾਹਿਬ ਸੱਦ ਕੇ ਨਾ ਤੇ ਆਪ ਸੋਨੇ ਚਾਂਦੀ ਦੇ ਗਹਿਣੇ ਬਣਵਾਏ ਜੀ, ਸੋਨੇ ਚਾਂਦੀ ਦੇ ਜੀ। ਹਾਂਜੀ। ਇਤਿਆਦਿਕ ਦਾਇਜ ਕੇ ਹੇਤ। ਵੀ ਕਿਉਂ? ਇਹ ਫਤਿਹ ਸ਼ਾਹ ਦੀ ਬੇਟੀ ਦੇ ਨਾਲ ਦਾਜ ਦੇ ਰੂਪ ਵਿੱਚ ਜਾਣਗੇ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਵੇਖੋ ਗੁਰੂ ਸਾਹਿਬ ਦੀ ਖੇਡ। ਪਤਾ ਵੀ ਹੈ ਇਹ ਦਾਜ ਜਿੱਥੇ ਜਾਣਾ ਉਹ ਭੀਮ ਚੰਦ ਦੇ ਘਰ ਜਾਣਾ ਤੇ ਭੀਮ ਚੰਦ ਵਿਦਰੋਹ ਕਰਦਾ ਗੁਰੂ ਕਰਦਾ ਜੀ। ਕੈਸੀ ਖੇਡ ਹੈ ਸੱਚੇ ਪਾਤਸ਼ਾਹ ਜੀ ਦੀ। ਹਾਂਜੀ। ਧਨ ਗਨ ਦੀਨਸ ਕਿਰਪਾ ਨਿਕੇਤ। ਕਾਰੀਗਰਾਂ ਨੂੰ ਮਾਇਆ ਦਿੱਤੀ ਸੱਚੇ ਪਾਤਸ਼ਾਹ ਜੀ ਨੇ ਵਧੀਆ ਗਹਿਣੇ ਬਣਾਉਣ ਵਾਸਤੇ। ਹਾਂਜੀ। 1.25 ਲੱਖ ਕੋ ਕਰ ਤੰਬੋਲ। ਫਿਰ ਮਾਇਆ ਵੀ ਭੇਜੀ ਜੀ, 2 ਥਾਲ ਭਰੇ ਮਾਇਆ ਦੇ ਜੀ। ਤੇ ਹੋਰ ਸੁਣ ਲਓ, ਇੱਕ ਤੰਬੋਲ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਤਿਆਰ ਕਰਵਾਇਆ, ਤੰਬੂ ਟਾਈਪ, ਜਿਹੜਾ 1.25 ਲੱਖ ਦਾ ਸੀਗਾ ਜੀ। ਔਰੰਗਜ਼ੇਬ ਦਾ ਵੀ ਸਾਧ ਸੰਗਤ ਜੀ 80,000 ਦਾ ਸੀ ਉਹਨਾਂ ਸਮਿਆਂ 'ਚ। ਮਹਾਰਾਜ ਦਾ ਤੇ 2.5 ਲੱਖ ਦਾ ਸੀ ਨਾ ਜੀ, ਤੇ ਮਹਾਰਾਜ ਨੇ 1.25 ਲੱਖ ਦਾ ਇੱਕ ਤੰਬੋਲ ਬਣਵਾਇਆ ਜੀ। ਹਾਂਜੀ। ਵਸਤ ਅਜਾਇਬ ਜਿਨ ਬਹੁ ਮੋਲ। ਜਿਹਨੂੰ ਬੜੀਆਂ ਕੀਮਤੀ ਵਸਤੂਆਂ ਲਵਾਈਆਂ ਜੀ। ਹੁਣ ਇਹ ਸਭ ਕੁਝ ਬਣਵਾਉਣ ਲਈ ਕਿੰਨੇ ਦਿਨ ਲੱਗੇ ਹੋਣਗੇ ਸਾਧ ਸੰਗਤ ਜੀ। ਸਤਿਗੁਰੂ ਜੀ ਨੇ ਆਪ ਸਮਾਂ ਦਿੱਤਾ ਉਹਨਾਂ ਉੱਤੇ ਜੀ। ਨੰਦ ਚੰਦ ਸਭ ਤਿਆਰ ਕਰਾਏ। ਨੰਦ ਚੰਦ ਜੀ ਦੀ ਡਿਊਟੀ ਲਵਾਈ, ਦੇਖ ਰੇਖ ਵਿੱਚ ਸਭ ਕੁਝ ਸਤਿਗੁਰਾਂ ਨੇ ਤਿਆਰ ਕਰਵਾਇਆ। ਸ਼੍ਰੀ ਸਤਿਗੁਰ ਕੋ ਦੀਨ ਦਿਖਾਏ। ਤੇ ਨੰਦ ਚੰਦ ਜੀ ਨੇ ਫਿਰ ਸਾਰਾ ਕੁਝ ਗੁਰੂ ਸਾਹਿਬ ਨੂੰ ਦਿਖਾਇਆ ਵੀ ਜੀ। ਮਹਾਰਾਜ ਆ ਵੇਖੋ ਗਹਿਣੇ ਬਣ ਗਏ ਆ, ਆ ਵੇਖੋ ਤੰਬੋਲ ਬਣ ਗਿਆ, ਆ ਵੇਖੋ ਸਾਰਿਆਂ ਦੇ ਬਸਤਰ ਬਣ ਗਏ ਆ। ਆਪੋ ਆਪਣਾ ਪਿਆਰ ਹੁੰਦਾ ਨਾ ਜੀ। ਆਖੋ ਵਾਹਿਗੁਰੂ। ਵਾਹਿਗੁਰੂ। ਵੇਖੋ ਰਿਸ਼ਤੇਦਾਰ ਵਿਆਹ ਵਿੱਚ ਤੇ ਬੜੇ ਆਉਂਦੇ ਆ, ਪਰ ਕਈ ਲਿਫਾਫਾ ਬੰਦ ਕਰਕੇ 500 1100 2100 ਪਾ ਕੇ ਦੇ ਦਿੰਦੇ ਆ। ਕਈ ਸਾਰੇ ਟੱਬਰ ਦੇ ਕੱਪੜੇ ਵੀ ਲੈ ਕੇ ਆਉਂਦੇ ਆ। ਕਈ ਮੇਰੇ ਕੱਪੜੇ ਨਹੀਂ ਲੈ ਕੇ ਆਉਂਦੇ, ਉਹ ਨਾਲ ਬੱਚੇ ਨੂੰ ਕੋਈ ਏਸੀ ਦਿੰਦਾ ਹੈ, ਕੋਈ ਫਰਿੱਜ ਦਿੰਦਾ ਹੈ, ਕੋਈ ਕੁਛ ਦਿੰਦਾ ਹੈ ਜੀ। ਆਪੋ ਆਪਣੀ ਜ਼ਿੰਮੇਵਾਰੀ ਹੁੰਦੀ ਹੈ, ਆਪੋ ਆਪਣਾ ਪਿਆਰ ਹੁੰਦਾ ਹੈ। ਇਹ ਸਭ ਕੁਝ ਲੋਕ ਕਰਦੇ ਨੇ। ਮਹਾਰਾਜ ਨੇ ਕਿਹਾ ਵੀ ਰਾਜਾ ਸਾਡਾ ਮਿੱਤਰ ਹੈ, ਘੱਟੋ ਘੱਟ ਇੰਨਾ ਕੁਝ ਤੇ ਦਈਏ ਜੀ। ਹਾਂਜੀ। ਅਵਲੋਕਤ ਪ੍ਰਭ ਹੁਕਮ ਬਖਾਨਾ। ਹਾਂਜੀ। ਦਇਆ ਰਾਮ ਪ੍ਰੋਹਿਤ ਮਤਵਾਨਾ। ਸਭ ਕੁਝ ਬਣ ਗਿਆ। ਉਧਰੋਂ ਵਿਆਹ ਦਾ ਸਮਾਂ ਨੇੜੇ ਆ ਗਿਆ ਤੇ ਸੱਚੇ ਪਾਤਸ਼ਾਹ ਨੇ ਸਾਰੀਆਂ ਚੀਜ਼ਾਂ ਵੇਖੀਆਂ ਜੀ। ਤੇ ਵੇਖ ਕੇ ਮਹਾਰਾਜ ਨੇ ਦਇਆ ਰਾਮ ਜੀ ਨੂੰ ਹੁਕਮ ਕੀਤਾ। ਤੋਹੇ ਸਹਿਤ ਲੈ ਚਮੂ ਕਨੇਰੀ। ਮਹਾਰਾਜ ਕਹਿਣ ਲੱਗੇ ਦਇਆ ਰਾਮ ਜੀ ਤੇ ਨੰਦ ਚੰਦ ਜੀ, ਤੁਸੀਂ ਦੋਵੇਂ ਫੌਜਾਂ ਲੈ ਜਾਓ ਨਾਲ, ਖੁੱਲੀਆਂ ਫੌਜਾਂ ਨਾਲ ਲੈ ਜਾਓ। ਹਾਂਜੀ। ਪਹੁੰਚਨ ਬਨ ਹੈ ਵਿਆਹ ਜਿਸ ਬੇਰੀ। ਤੇ ਜਾਣਾ ਉਸ ਸਮੇਂ ਉੱਥੇ ਪਹੁੰਚਿਓ ਜਦੋਂ ਵਿਆਹ ਹੋ ਰਿਹਾ ਹੋਏਗਾ। ਕਹਿਣ ਲੱਗੇ ਵਿਆਹ ਵਿੱਚ ਪਹੁੰਚੋ, ਮਹਾਰਾਜ ਕਹਿਣ ਲੱਗੇ। ਹਾਂਜੀ। ਸੈਲ ਪਤਨ ਕੇ ਗਨ ਜਬ ਮਿਲੈ। ਮਹਾਰਾਜ ਕਹਿਣ ਲੱਗੇ ਜਦੋਂ ਸਾਰੇ ਪਹਾੜੀ ਰਾਜੇ ਉੱਥੇ ਬੈਠੇ ਹੋਣ, ਮਿਲ ਗਿਲ ਰਹੇ ਹੋਣ, ਕਰਹੋ ਦਿਖਾਵਨ ਤਬ ਸਭ ਭਲੇ। ਉਦੋਂ ਫਿਰ ਗੁਰੂ ਘਰ ਵੱਲੋਂ ਭੇਜਿਆ ਹੋਇਆ ਸਗਨ ਵਿਖਾਉਣਾ ਹੈ। ਪਤਾ ਨਹੀਂ ਕਿੰਨੇ ਸੋਨੇ ਦੇ ਗਹਿਣੇ, ਕਿੰਨਾ ਵੱਡਾ ਤੰਬੋਲ, ਕਿੰਨੀ ਮਾਇਆ, ਕਿੰਨੇ ਬਸਤਰ ਗੁਰੂ ਜੀ ਨੇ ਭੇਜੇ ਜੀ। ਹਾਂਜੀ। ਨੰਦ ਚੰਦ ਅਰ ਦਿਜ ਸੁਨ ਕਰਕੇ। ਭਾਈ ਨੰਦ ਚੰਦ ਤੇ ਦਇਆ ਰਾਮ ਪ੍ਰੋਹਿਤ, ਇਹਨਾਂ ਨੇ ਜਦੋਂ ਸੁਣਿਆ ਨਾ ਵੀ ਮਹਾਰਾਜ ਕਹਿ ਰਹੇ ਵੀ ਪਹਾੜੀ ਰਾਜਿਆਂ ਦੇ ਵਿੱਚ ਜਾ ਕੇ ਸਾਰਾ ਕੁਝ ਵਿਖਾਉਣਾ, 22 ਧਰ ਦੇ 22 ਰਾਜੇ ਬੈਠੇ ਹੋਣੇ ਆ ਉਦੋਂ।
ਹਾਂਜੀ। ਬੂਝਣ ਲਾਗੇ ਹਿਰਦੈ ਵਿਚਰਕੈ। ਉਹਨਾਂ ਫਿਰ ਵਿਚਾਰ ਕੀਤੀ ਵੀ ਉਹਨਾਂ ਨੇ ਸਾਨੂੰ ਛੱਡਣਾ ਥੋੜੀ ਹੈ। ਆਖੋ ਵਾਹਿਗੁਰੂ। ਵੀ ਸਾਰੇ ਥੋੜੀ ਪਿਆਰ ਕਰਦੇ ਆ। ਕਈ ਰਾਜਿਆਂ ਨੇ ਸਾਨੂੰ ਮਾਰਨ ਕੁੱਟਣ ਨੂੰ ਵੀ ਪੈਣਾ, ਹਮਲਾ ਵੀ ਕਰਨਗੇ। ਕਿਉਂ? ਜੇ ਧੀ ਇੱਧਰ ਇਸ ਰਾਜੇ ਦੀ ਹੈ ਤੇ ਪੁੱਤ ਜਿਹੜਾ ਉਹ ਤੇ ਭੀਮ ਚੰਦ ਦਾ ਹੈ ਨਾ, ਤੇ ਭੀਮ ਚੰਦ ਤੇ ਅੱਗੇ ਖਾਰ ਖਾਂਦਾ। ਹਾਂਜੀ ਹਾਂਜੀ। ਪਰਬਤ ਪਾਲਿਕ ਕਿਤਕ ਵਿਰੋਧੀ। ਉਹਨਾਂ ਨੇ ਦੋਵਾਂ ਨੇ ਆਪਣੇ ਮਨ ਵਿੱਚ ਵਿਚਾਰ ਕੀਤੀ ਵੀ ਪਹਾੜੀ ਰਾਜੇ ਕੁਝ ਜਿਹੜੇ ਆ ਉਹ ਆਪਣੇ ਵਿਰੋਧੀ ਨੇ। ਹਾਂਜੀ। ਭੀਮ ਚੰਦ ਤੇ ਆਦ ਕਰੋਧੀ। ਭੀਮ ਚੰਦ ਤੇ ਹੋਰ ਕਈ ਰਾਜੇ ਗੁੱਸੇ ਨੇ ਆਪਣੇ ਨਾਲ। ਹਾਂਜੀ। ਭਏ ਮੇਲ ਤੇ ਵਧੈ ਬਖੇਰਾ। ਜਦੋਂ ਉੱਥੇ ਮੇਲ ਹੋਣਾ ਸਾਰਿਆਂ ਦਾ, ਸਾਰਿਆਂ ਨੇ ਬੈਠੇ ਹੋਣਾ, ਅਸੀਂ ਗੁਰੂ ਸਾਹਿਬ ਵੱਲੋਂ ਸ਼ਗਨ ਵਿਖਾਉਣਾ ਤੇ ਉਹਨਾਂ ਸਾਡੇ ਨਾਲ ਭਲਾ ਥੋੜੀ ਗੁਜ਼ਾਰਨਾ। ਹਾਂਜੀ। ਆਵਨ ਮੁਸ਼ਕਲ ਹੋਏ ਤਿਸ ਬੇਰਾ। ਚਲੇ ਤੇ ਜਾਵਾਂਗੇ, ਉੱਥੋਂ ਵਾਪਸ ਕਿਵੇਂ ਆਉਣਾ? ਆਖੋ ਵਾਹਿਗੁਰੂ। ਵਾਹਿਗੁਰੂ। ਵੀ ਸਾਰੇ ਰਾਜੇ ਤੇ ਸਾਰਿਆਂ ਰਾਜਿਆਂ ਦੀਆਂ ਫੌਜਾਂ ਉੱਥੇ ਹੋਣੀਆਂ ਨੇ। ਹਾਂਜੀ। ਪੰਥ ਪਹਾਰਨ ਬਿਖਮ ਵਡੇਰੇ। ਉੱਤੋਂ ਫਿਰ ਪਹਾੜੀ ਰਸਤਾ, ਔਖਾ ਰਾਹ ਹੈ। ਸਾਧ ਸੰਗਤ ਜੀ, ਇੱਕ ਬੰਨੇ ਉੱਚੇ ਪਹਾੜ ਹੈ ਤੇ ਇੱਕ ਬੰਨੇ ਨਹਿਰ ਹੈ ਨਾਲ ਨਾਲ ਜੀ। ਹਾਂਜੀ। ਕਿਤੇ ਪਾਉਂਟਾ ਸਾਹਿਬ ਜਾਓ ਪਤਾ ਲੱਗ ਜਾਣਾ ਜੀ। ਉਹ ਕਹਿੰਦੇ ਵੀ ਐਡੇ ਔਖੇ ਰਾਹ ਵਿੱਚ ਵਾਪਸ ਕਿਵੇਂ ਆਵਾਂਗੇ? ਹਾਂਜੀ। ਕੌਣ ਸਹਾਇਕ ਹੋਏ ਤਿਸ ਬੇਰੇ। ਤੇ ਉਹਨਾਂ ਤੇ ਹਮਲਾ ਕਰਨਾ ਹੀ ਕਰਨਾ ਸਾਡੇ ਤੇ। ਭੀਮ ਚੰਦ ਨੇ ਭਲਾ ਥੋੜੀ ਗੁਜ਼ਾਰਨਾ। ਉਹਨੇ ਕਹਿਣਾ ਵਧੀਆ ਹੋ ਗਿਆ, ਵਿਆਹ ਵਿੱਚ ਆ ਗਏ ਆ, ਇਹਨਾਂ ਤੇ ਹਮਲਾ ਕਰੋ, ਗੁਰੂ ਨੂੰ ਹਰਾਈਏ। ਫਿਰ ਦੁਬਾਰਾ ਉਹ ਪੰਕਤੀ ਪੜ੍ਹੇ। ਕੌਣ ਸਹਾਇਕ ਹੋਏ ਤਿਸ ਬੇਰੇ। ਹਾਂ, ਉਦੋਂ ਸਾਡੀ ਰਾਖੀ ਕੌਣ ਕਰੇਗਾ? ਇੱਕ ਪਹਾੜੀ ਰਾਜਾ ਹੋਵੇ ਤਾਂ ਮੰਨੀਏ, ਉੱਥੇ ਤੇ 22 ਇਕੱਠੇ ਹੋਏ ਹੋਣੇ ਆ। ਉਰੋਂ ਸਾਨੂੰ ਕੌਣ ਬਚਾਵੇਗਾ? ਸੁਨ ਕਲਗੀ ਧਰ ਹੁਕਮ ਬਖਾਨਾ। ਸਾਧ ਸੰਗਤ ਜੀ, ਉਹਨਾਂ ਨੇ ਆਪਣੇ ਮਨ ਵਿੱਚ ਸੋਚਿਆ ਜੀ, ਸਤਿਗੁਰੂ ਜੀ ਨੂੰ ਨਹੀਂ ਕਿਹਾ, ਪਰ ਦੋਵੇਂ ਮਨ 'ਚ ਸੋਚਣ ਦਾ ਇਹ ਸੀ ਵੀ ਮਹਾਰਾਜ ਭੇਜ ਦਿੱਤੇ ਰਹੇ ਆ ਤੇ ਸਾਡੀ ਰਾਖੀ ਕੌਣ ਕਰੇਗਾ ਉੱਥੇ ਇੰਨੇ ਰਾਜਿਆਂ ਵਿੱਚ? ਮਹਾਰਾਜ ਨੇ ਉਹਨਾਂ ਦੇ ਅੰਦਰ ਦਾ ਫੁਰਨਾ ਸੁਣ ਲਿਆ ਜੀ। ਇਹ ਬੜੀ ਵੱਡੀ ਖੇਡ ਹੈ। ਜੇ ਸਾਨੂੰ ਇੰਨਾ ਪਤਾ ਲੱਗਣ ਲੱਗ ਪਏ ਵੀ ਸਾਡੇ ਅੰਦਰ ਦੇ ਫੁਰਨੇ ਉਹ ਸੁਣ ਰਿਹਾ ਜੀ। ਹੁਣ ਇਹ ਮਹਾਰਾਜ ਦੇ ਨਾਲ ਨਾਲ ਤੁਰੇ ਫਿਰਦੇ ਆ। ਇਹ ਗੁਰੂ ਕੇ ਸਿੱਖ ਭਾਗਾਂ ਵਾਲੇ ਆ, ਬੜੇ ਉੱਚੇ ਇਹਨਾਂ ਦੇ ਭਾਗ ਨੇ, ਪਰ ਅਜੇ ਫੁਰਨੇ ਅਜੇ ਵੀ ਬਣਦੇ ਆ। ਜਦੋਂ ਉਹਨਾਂ ਨੇ ਇਹ ਫੁਰਨਾ ਬਣਾਇਆ, ਉਹਨਾਂ ਦਾ ਫੁਰਨਾ ਜਾਣ ਕੇ ਸਤਿਗੁਰੂ ਜੀ ਅੱਗੋਂ ਕਹਿਣ ਲੱਗੇ, ਸੰਸ਼ੈ ਕਹਾਂ ਏਵ ਤੁਮ ਠਾਨਾ। ਮਹਾਰਾਜ ਕਹਿਣ ਲੱਗੇ, ਕੀ ਸ਼ੰਕਾ ਕਰੀ ਜਾਂਦੇ ਹੋ? ਕਿਹੜੀਆਂ ਸੋਚਾਂ ਵਿੱਚ ਪਏ ਹੋਏ ਹੋ? ਕਿਉਂ ਸੰਸਾ ਕਰ ਰਹੇ ਹੋ? ਦ੍ਰਿੜ ਨਿਸ਼ਚਾ ਉਰ ਰਾਖੋ ਐਸੇ। ਹਾਂਜੀ। ਸਤਿਗੁਰ ਕਰਹਿ ਪਠਾਵਨ ਜੈਸੇ। ਤਿਮ ਹੀ ਸਤਿਗੁਰ ਲਿਆਵਨ ਕਰੈ। ਆਪਨੇ ਜਨ ਹੈ ਰੱਛਾ ਤਰੈ। ਨੰਦ ਚੰਦ ਦਇਆ ਰਾਮ, ਆਪਣੇ ਮਨ ਵਿੱਚ ਇਸ ਤਰ੍ਹਾਂ ਭਰੋਸਾ ਰੱਖੋ, ਜਿਵੇਂ ਤੁਹਾਨੂੰ ਭੇਜ ਰਹੇ ਆ ਨਾ, ਉਵੇਂ ਵਾਪਸ ਵੀ ਲੈ ਕੇ ਆਵਾਂਗੇ। ਜਿਵੇਂ ਭੇਜਿਆ ਉਵੇਂ ਵਾਪਸ ਲੈ ਕੇ ਆਵਾਂਗੇ, ਤੁਹਾਡੀ ਰੱਖਿਆ ਕਰਾਂਗੇ ਕਹਿਣ ਲੱਗੇ। ਕਿਉਂਕਿ ਸਾਧ ਸੰਗਤ ਜੀ, ਇਹਨਾਂ ਨੂੰ ਤਾਂ ਮਹਾਰਾਜ ਕਹਿ ਕੇ ਭੇਜ ਰਹੇ ਆ। ਇਹ ਕਹਿ ਸਕਦੇ ਆ, ਗੁਰ ਮੇਰੇ ਸੰਗ ਸਦਾ ਹੈ ਨਾਲੇ ਨਾਲੇ, ਸਿਮਰ ਸਿਮਰ ਤਿਸ ਸਦਾ ਸਮਾਲੇ। ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ। ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ।
ਸਾਰੇ ਬੋਲਣਾ ਆਪਾਂ ਭਾਵਨਾ ਬਣਾ ਕੇ, ਕਿਤੇ ਪੜ੍ਹਦਿਆਂ ਇਹ ਗੱਲ ਅੰਦਰ ਵਸ ਜੇ। ਮੁੱਖੋਂ ਬੋਲਣਾ, ਕੰਨਾਂ ਤੋਂ ਸੁਣਨਾ ਵੀ ਹੈ। ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ, ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ। ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ, ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ। ਜਿੱਥੈ ਕਿਥੈ ਮੈਨੂੰ ਲੈ ਛਡਾਈ, ਜਿੱਥੈ ਜਿੱਥੈ ਕਿਥੈ ਮੈਨੂੰ ਲੈ ਛਡਾਈ, ਜਿੱਥੈ ਜਿੱਥੈ ਕਿਥੈ ਮੈਨੂੰ ਲੈ ਛਡਾਈ, ਜਿੱਥੈ ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ, ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ। ਇਹ ਭਾਵਨਾ ਨਾਲ ਮਹਾਰਾਜ ਕਹਿੰਦੇ ਜਾਣਾ ਤੁਸਾਂ, ਇਸ ਭਾਵਨਾ ਨਾਲ ਦਿੜ ਨਿਸ਼ਚਾ ਔਰ ਰੱਖੋ ਐਸੇ, ਆਪਣੇ ਅੰਦਰ ਇਹ ਭਰੋਸਾ ਰੱਖੋ ਸਤਿਗੁਰ ਕਰਹਿ ਪਠਾਵਨ ਜੈਸੇ, ਜਿਵੇਂ ਤੁਹਾਨੂੰ ਭੇਜ ਰਹੇ ਆ ਤਿਮ ਹੀ ਸਤਿਗੁਰ ਲਿਆਵਨ ਕਰੇ। ਕਹਿੰਦੇ ਆਪਣੇ ਮਨ ਵਿੱਚ ਇਹ ਸੋਚਣਾ ਜਿਵੇਂ ਗੁਰੂ ਜੀ ਸਾਨੂੰ ਭੇਜ ਰਹੇ ਆ ਉਵੇਂ ਗੁਰੂ ਜੀ ਸਾਨੂੰ ਵਾਪਸ ਵੀ ਲੈ ਆਉਣਗੇ। ਆਪਣੇ ਜਾਨ ਹੈ ਰੱਛਾ ਧਰੈ, ਆਪਣੇ ਜਾਣ ਕੇ ਸਾਨੂੰ ਰੱਖਿਆ ਕਰਨਗੇ ਸਾਡੀ। ਜੋ ਸਿੱਖ ਮੇਰੋ ਗਹਿ ਅਲੰਬ, ਇਹ ਹੁਣ ਸਿੱਧਾ ਹੀ ਮਹਾਰਾਜ ਨੇ ਕਹਿਤਾ ਜੀ। ਮਹਾਰਾਜ ਕਹਿੰਦੇ ਭਾਈ ਜਿਹੜਾ ਸਿੱਖ ਸਾਡਾ ਆਸਰਾ ਰੱਖਦਾ ਹੈ, ਕਰੈ ਮਿਟਾਵਨ ਬਿਘਨ ਕਤੰਬ, ਅਸੀਂ ਉਹਦੀਆਂ ਸਾਰੀਆਂ ਮੁਸ਼ਕਲਾਂ ਵਿਘਨ ਦੂਰ ਕਰ ਦਿੰਦੇ ਹਾਂ। ਆਸਰਾ ਰੱਖਣਾ, ਅਰਦਾਸ ਤੇ ਕਰਦੇ ਹਾਂ ਵੀ ਆਸਰਾ ਮਹਾਰਾਜ, ਫਿਰ ਸੱਜਾ ਖੱਬਾ ਵੀ ਕਰ ਲੈਂਦੇ ਜੀ। ਹਾਂਜੀ, ਜਦੋਂ ਸੱਜਾ ਖੱਬਾ ਕਰਦੇ ਫਿਰ ਮਹਾਰਾਜ ਕਹਿੰਦੇ ਕੋਈ ਨਹੀਂ ਕਰ ਲਾ। ਹਾਂਜੀ, ਮਹਾਰਾਜ ਕਹਿੰਦੇ ਜਿਹੜਾ ਭਰੋਸਾ ਰੱਖੇਗਾ ਅਸੀਂ ਉਹਦੀਆਂ ਮੁਸ਼ਕਲਾਂ ਦੂਰ ਕਰਾਂਗੇ। ਹਾਂਜੀ, ਜੇ ਰਾਖੈ ਨਿਤ ਮੋਰ ਭਰੋਸਾ, ਭਾਈ ਜਿਹੜਾ ਸਾਡੇ ਤੇ ਰੋਜ਼ ਭਰੋਸਾ ਰੱਖੇਗਾ ਤਿਨ ਕੇ ਨਿਕਟ ਨਾ ਪਹੁੰਚੈ ਦੋਸ਼ਾ, ਉਹਨਾਂ ਦੇ ਲਾਗੇ ਤੇ ਪਾਪ ਦੋਸ਼ ਪਹੁੰਚਣ ਹੀ ਨਹੀਂ ਦੇਣੇ ਅਸੀਂ। ਹਾਂਜੀ, ਅੰਗ ਸੰਗ ਗੁਰ ਬਨੈ ਸਹਾਈ, ਜਾਓ ਗੁਰੂ ਨਾਨਕ ਸਾਹਿਬ ਤੁਹਾਡੀ ਅੰਗ ਸੰਗ ਰੱਖਿਆ ਕਰਨਗੇ। ਅਸਲ 'ਚ ਉਹਨਾਂ ਨੇ ਦੁਸ਼ਮਣਾਂ ਦੇ ਸਮੂਹ ਵਿੱਚ ਜਾਣਾ ਜੀ। ਹਾਂ, ਤਾਤੀ ਵਾਓ ਨਾ ਲਾਗਨ ਪਾਈ, ਵਾਹ ਵਾਹ, ਤੁਹਾਨੂੰ ਤੱਤੀ ਵਾਹ ਵੀ ਨਹੀਂ ਲੱਗੇਗੀ। ਉਂਝ ਬਾਣੀ ਦੀ ਪੰਕਤੀ ਨਹੀਂ ਇੱਥੇ ਲਿਖੀ, ਪਰ ਬਾਜਾਂ ਵਾਲੇ ਸਤਿਗੁਰਾਂ ਨੇ ਕਹਿ ਕੇ ਭੇਜਿਆ ਹੋਏਗਾ ਤਾਤੀ ਵਾਹ ਨਾ ਲੱਗੇ। ਪਾਰ ਬ੍ਰਹਮ
ਸਰਣ ਆਈ। ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੈ ਨਾ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਤ ਬਣਾ, ਬਣਾਈ। ਰਾਮ ਨਾਮ ਔਖਦ ਦੀਆ ਏਕਾ ਲਿਵ ਲਾਏ। ਰਹਾਓ। ਉਹ ਕਹਿੰਦੇ ਨਾ ਸਾਨੂੰ ਰੱਖੂ ਕੌਣ, ਬਚਾਊ ਕੌਣ। ਮਹਾਰਾਜ ਕਹਿੰਦੇ ਰਾਖ ਲਈਏ ਤਿੰਨ ਰੱਖਣ ਹਾਰ, ਸਭ ਬਿਆਦ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭ ਭਏ ਪ੍ਰਭ ਭਏ ਸਹਾਈ। ਜ਼ਰੂਰ ਸ਼ਬਦ ਪੜਿਆ ਹੋਏਗਾ ਜਿਹੜਾ ਕਹਿ ਰਹੇ ਤਾਤੀ ਵਾਹ ਨਾ ਲੱਗਨ ਪਾਈ। ਤੁਹਾਨੂੰ ਤਤੀ ਵਾਹ ਵੀ ਨਹੀਂ ਲੱਗੇਗੀ। ਜੇ ਨਹਿ ਸਿਮਰਹਿ ਮੁਕਹੁ ਕਦੈ, ਹਾਂਜੀ। ਨਿਜ ਬਲ ਪਰ ਵਿਸਵਾਸੀ ਹਿਰਦੈ। ਹੁਣ ਇਹ ਸਮਾਂ ਤੇ ਹੋ ਗਿਆ ਪਰ ਬਚਨ ਬੜੇ ਕੀਮਤੀ ਹੈ। ਮਹਾਰਾਜ ਕਹਿਣ ਲੱਗੇ ਵੀ ਜਿਹੜਾ ਸਾਨੂੰ ਯਾਦ ਨਾ ਕਰੇ, ਆਪਣੇ ਗੁਰੂ ਤੇ ਭਰੋਸਾ ਨਾ ਕਰੇ, ਆਪਣੀ ਬਲ ਆਪਣੀ ਸਿਆਣਪ ਉੱਤੇ ਭਰੋਸਾ ਕਰੇ ਵੀ ਮੈਂ ਬੜਾ ਸਿਆਣਾ, ਮੈਂ ਇਹ ਕੰਮ ਆਪ ਕਰ ਲਾਂਗਾ, ਗੁਰੂ ਸਾਹਿਬ ਅੱਗੇ ਅਰਦਾਸ ਹੀ ਨਾ ਕਰੇ। ਹਾਂਜੀ, ਨਹਿ ਤਿਨ ਕਉ ਮੈਂ ਬਨੋ ਸਹਾਈ। ਸਿੱਧਾ ਬਚਨ ਮਹਾਰਾਜ ਕਹਿੰਦੇ ਮੈਂ ਨਹੀਂ ਉਹਨਾਂ ਦੀ ਰਾਖੀ ਕਰਦਾ। ਭਾਵ ਅਸੀਂ ਉਹਨਾਂ ਦੀ ਫਿਰ ਰਾਖੀ ਨਹੀਂ ਕਰਦੇ। ਗੁਰ ਸੰਗੀ ਹੋਏ ਜੇ ਸ਼ਰਨ ਆਈ। ਹਾਂ, ਜਿਹੜੇ ਗੁਰੂ ਦੀ ਸ਼ਰਨ ਚ ਰਹਿੰਦੇ ਆ ਅਸੀਂ ਉਹਨਾਂ ਦੀ ਰਾਖੀ ਕਰਦੇ ਹਾਂ। ਜਾਂ ਤੇ ਸਦਾ ਰਾਖ ਵਿਸਵਾਸ ਹੈ। ਇਸ ਕਰਕੇ ਸਿੱਖੋ, ਭਰੋਸਾ ਰੱਖਿਓ, ਯਕੀਨ ਰੱਖਿਓ। ਪ੍ਰਭ ਹੋਏ ਸਦਾ ਦਾਸ ਕੇ ਪਾਸ ਹੈ। ਪਰਮੇਸ਼ਰ ਵੇਖਣਾ ਹੋਵੇ ਕਿੱਥੇ ਆ। ਸਵਾਲ ਹੈ, ਜੇ ਅਸੀਂ ਨੂੰ ਵੇਖਣਾ ਹੋਵੇ ਵੀ ਰੱਬ ਕਿੱਥੇ ਹੈ, ਮਹਾਰਾਜ ਕਹਿੰਦੇ ਤੁਹਾਨੂੰ ਦੱਸਦੇ ਨੇ ਰੱਬ ਕਿੱਥੇ ਹੈ। ਰੱਬ ਲੋਕੀ ਕਿਤੇ ਲੱਭਦੇ ਆ, ਕੋਈ ਕਿਤੇ ਲੱਭਦਾ ਹੈ। ਰੱਬ ਆਪਣੇ ਸੇਵਕਾਂ ਦੇ ਕੋਲ ਹੈਗਾ ਜੀ, ਹਰ ਸਮੇਂ ਹੈਗਾ ਜੀ। ਉਹ ਸਾਧੂ ਕੋਲ ਹੈ ਜਿਹਨੂੰ ਭਰੋਸਾ ਹੈ। ਹਾਂਜੀ, ਸੁਨ ਦੋਨੋਂ ਕੋ ਧੀਰਜ ਆਇਓ। ਸੁਣ ਕੇ ਦੋਵਾਂ ਨੂੰ ਧੀਰਜ ਆਇਆ, ਆਨੰਦ ਚੰਦ ਤੇ ਦਇਆ ਰਾਮ ਜੀ ਨੂੰ। ਕਰ ਨਿਸ਼ਚਾ ਤਬ ਸੀਸ ਨਿਵਾਇਓ। ਭਰੋਸਾ ਬੱਝਿਆ ਤੇ ਕੀ ਕੀਤਾ ਜੀ, ਤੁਸਾਂ ਵੀ ਕਰਨਾ। ਉਹਨਾਂ ਨੇ ਆਪਣਾ ਸਿਰ ਨਵਾਇਆ। ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਿਰ ਨਵਾ ਕੇ ਸਾਰਿਆਂ ਨੇ ਕਹਿਣਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਬੜਾ ਉਹਨਾਂ ਨੂੰ ਭਰੋਸਾ ਵੱਜ ਗਿਆ। ਥਾਪੜੇ ਦੇਤੇ ਨਾ ਮਹਾਰਾਜ ਨੇ। ਹਾਂਜੀ, ਸਕਲ ਵਸਤ ਕੀ ਤਿਆਰੀ ਠਾਨ। ਹਾਂਜੀ, ਗੁਰ ਆਗਿਆ ਤੇ ਚਹਸ ਪਿਆਨ। ਸਭ ਵਸਤੂਆਂ ਦੀ ਤਿਆਰੀ ਕੀਤੀ ਤੇ ਗੁਰੂ ਜੀ ਦੀ ਆਗਿਆ ਨਾਲ ਫਿਰ ਜਾਣ ਦਾ ਹੁਣ ਫੁਰਨਾ ਬਣਾਇਆ। ਅੱਗੋਂ ਜੋ ਪ੍ਰਸੰਗ ਹੈ ਉਹ ਕੱਲ ਨੂੰ ਸਰਵਣ ਕਰਾਂਗੇ। ਪੰਗਤੀਆਂ ਪੜ੍ਹ ਲਓ, ਪੰਗਤੀਆਂ ਹਿਰਦੇ 'ਚ ਵਸਣ, ਕੰਨਾਂ ਨਾਲ ਸੁਣਿਓ, ਹਿਰਦੇ 'ਚ ਵਸਣ। ਅਰਦਾਸ ਕਰਿਓ ਕਿਤੇ ਇੰਜ ਅਸੀਂ ਗੁਰੂ ਸਾਹਿਬ ਨੂੰ ਆਪਣੇ ਲਾਗੇ ਸਮਝ ਲਈਏ ਜੀ, ਕਿਤੇ ਆਪ ਗੱਲ ਬਣ ਜੇ ਸਾਡੀ। ਜਦੋਂ ਕਹਿਣਾ ਨਾ ਮੇਰੇ ਨਾਲ ਹੈ, ਛੋਟੀ ਗੱਲ ਨਹੀਂ ਹੈ। ਸਿੱਧੀ ਭਾਸ਼ਾ 'ਚ ਬਾਣੀ ਲਿਖਤੀ ਮਹਾਰਾਜ ਨੇ। ਅਨਪੜ੍ਹ ਵੀ ਸੁਣੇ ਉਹਨੂੰ ਸਮਝ ਆ ਜੇ। ਸੋ ਸਤਿਗੁਰ ਪਿਆਰਾ ਪਿਆਰਾ, ਪਿਆਰੇ ਨੇ ਮਹਾਰਾਜ, ਪਿਆਰਾ ਮੇਰੇ ਨਾਲ ਹੈ। ਪੜੋ ਪੰਕਤੀ। ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ। ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ। ਜਿੱਥਾ ਕਿੱਥਾ ਮੈਨੂੰ ਲੈ ਛਡਾਈ। ਜਿੱਥਾ ਕਿੱਥਾ ਮੈਨੂੰ ਲੈ ਛਡਾਈ। ਸਤਿਗੁਰੂ ਜੀ ਮਿਹਰ ਕਰਨ, ਭੁੱਲਾਂ ਦੀ ਮਾਫੀ ਬਖਸ਼ਿਓ। ਭਾਈ ਆਨੰਦ ਚੰਦ ਜੀ, ਦਇਆ ਰਾਮ ਜੀ ਸਭ ਵਸਤੂਆਂ ਲੈ ਕੇ ਗੁਰੂ ਸਾਹਿਬ ਵੱਲੋਂ ਸਾਧ ਸੰਗਤ ਜੀ ਉਹਨਾਂ ਪਹਾੜੀ ਰਾਜਿਆਂ ਦੇ ਵਿੱਚ ਜਾਣਗੇ।
ਕੀ ਬਣੇਗਾ ਆਉਂਦੇ ਪ੍ਰਸੰਗਾਂ ਵਿੱਚ ਸਰਵਣ ਕਰਾਂਗੇ। ਮਹਾਰਾਜ ਰਾਖੀ ਕਿਵੇਂ ਕਰਨਗੇ ਸੁਣਨ ਵਾਲੀ ਕਥਾ ਹੈ, ਆਉਂਦੇ ਦਿਨਾਂ ਵਿੱਚ ਸਰਵਣ ਕਰਾਂਗੇ। ਭੁੱਲਾਂ ਦੀ ਮਾਫੀ ਬਖਸ਼ਿਓ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਬੇਨਤੀ